तेरे कवन कवन गुण कह कह गावा। तू साहिब गुणी निदाना। तुमरी महिमा बरन न सको। तू ठाकुर ऊच भगवाना। डंडाउत बंधन अनेक बार। सर्व कला समरथ। डोलन ते राखो प्रभु। नानक दे कर हथ। ज्यों बुलावह त्यों बोलह स्वामी। कुदरत कवन हमारी। साध संग नानक जस गायो। जो प्रभ की अत प्यारी। साध संग नानक जस गायो। जो प्रभ की अत प्यारी। परम सन्मानते सत्कारयोग सतगुरां दी पावन पवित्र हजूरी अंदर जुड़ मिल बैठे सतसंगी जनों। गुर बख्शी फतेह स्वीकार करियो। कोई भी रसना विरवी वांझी ना रहे। आप जितने भी गुरु हजूरी अंदर उपस्थित हो सारे ही संगत बुलंद आवाज दे विच उच्चारण करो जी। वाहिगुरु जी का खालसा वाहिगुरु जी की फतेह। गुरु गरीब निवाज करोड़ां ब्रह्मंडां दे मालक उपमा स्वरूप कृपालु दयालु अंतरजामी चवर तखत छतरां दे मालक जुगों हो जुग अटल धन 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 साहिब सतगुरु श्री गुरु ग्रंथ साहिब महाराज सच्चे पातशाह जी जिन्हां दी पावन पवित्र हजूरी अंदर आप समुचियां गुर सिख संगतां सरबत माई पाई सिख कौम दे महान शहीद महान जरनैल सिंह साहिब धन 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 अमृत शहीद जथेदार बाबा हनुमान सिंह जी महाराज शहीदां दे पावन पवित्र अस्थान दे उपर आप जी हर महीने की तरह 10वीं दे दिहाड़े नूं मुख रखदे आ।
ਗੁਰੂ ਚਰਨਾਂ ਦੇ ਅੰਦਰ ਸ਼ਹੀਦਾਂ ਦੇ ਸਥਾਨ ਤੇ ਨਤਮਸਤਕ ਹੋਣ ਦੇ ਲਈ ਆਪ ਜੀ ਆਉਂਦੇ ਹੋ। ਅੰਮ੍ਰਿਤ ਵੇਲੇ ਤੋਂ ਲੈ ਕੇ ਆ ਸੰਧਿਆ ਦਾ ਵੇਲਾ ਆ ਗਿਆ, ਇਸ ਵੇਲੇ ਤੱਕ ਆਪ ਜੀ ਨੇ ਕਿਤਨੇ ਹੀ ਗੁਰੂ ਘਰ ਦੇ ਕੀਰਤਨੀਆਂ ਦੇ ਪਾਸੋਂ ਔਰ ਢਾਡੀ ਵਾਰਾਂ ਦੁਆਰਾ ਕਥਾ ਵਾਰਤਾ ਦੇ ਰਾਹੀਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੇ ਘਰ ਦੀ ਮਹਿਮਾ ਆਪ ਜੀ ਨੇ ਸਰਵਣ ਕੀਤੀ ਹੈ। ਮੇਰੇ ਤੋਂ ਪਹਿਲਾਂ ਭਾਈ ਸੁਖਵਿੰਦਰ ਸਿੰਘ ਜੀ ਪਾਵਨ ਅਸਥਾਨ ਗੁਰਦੁਆਰਾ ਨਾਭਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਧਰਤੀ ਤੋਂ ਗੁਰੂ ਕੇ ਪਿਆਰਿਆਂ ਨੇ ਆ ਕੇ ਆਪ ਜੀ ਨੂੰ ਕੀਰਤਨ ਸਰਵਣ ਕਰਵਾਇਆ ਹੈ। ਕੁਝ ਸਮਾਂ ਕੁਝ ਘੜੀਆਂ ਗੁਰਮਤਿ ਦੀ ਵਿਚਾਰ ਦੇ ਨਾਲ, ਗੁਰਬਾਣੀ ਦੇ ਨਾਲ, ਗੁਰੂ ਕੇ ਪਾਵਨ ਇਤਿਹਾਸ ਦੇ ਨਾਲ ਸਾਨੂੰ ਜੁੜਨ ਦਾ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ ਹੈ। ਆਓ ਇਸ ਸਫਲੇ ਸਮੇਂ ਦਾ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਲਾਹਾ ਲੈਣ ਦਾ ਆਪਾਂ ਸਾਰੇ ਹੀ ਯਤਨ ਕਰੀਏ। ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਿੰਨੀ ਵੀ ਆਪ ਸੰਗਤ ਜੁੜ ਬੈਠੇ ਹੋ ਜਾਂ ਬਾਹਰ ਜਿੱਥੇ ਜਿੱਥੇ ਵੀ ਸੰਗਤ ਗੁਰੂ ਚਰਨਾਂ ਦੇ ਵਿੱਚ ਜੁੜ ਬੈਠੀ ਹੈ, ਸੇਵਾ ਨਿਭਾਉਂਦੇ ਪਏ ਹੋ, ਰਸਨਾ ਪਵਿੱਤਰ ਕਰਦੇ ਹੋਏ ਗੁਰੂ ਚਰਨਾਂ ਦਾ ਧਿਆਨ ਧਰ ਕੇ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆ ਜਿਹੜੇ ਦਿਨ ਚੱਲਦੇ ਪਏ ਨੇ, ਇਹਨਾਂ ਦਿਨਾਂ ਦੇ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਤੇ ਉਹਨਾਂ ਦੇ ਸਿੱਖਾਂ ਦੇ ਉੱਪਰ ਸਮੁੱਚੀ ਸੰਗਤ ਤੇ ਜਿਹੜਾ ਸਮਾਂ ਆਇਆ, ਉਹ ਐਸਾ ਸਮਾਂ ਹੈ ਜੀ ਜਿਸ ਸਮੇਂ ਨੂੰ ਮੇਰਾ ਗੁਰੂ, ਮੇਰਾ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਹੀ ਜਾਣਦਾ ਹੈ ਕਿ ਉਹ ਕਿਹੋ ਜਿਹਾ ਸਮਾਂ ਸੀ। ਪਰਸੋਂ ਆਪਾਂ ਇਤਿਹਾਸ ਦੀ ਲੜੀ ਆਰੰਭ ਕੀਤੀ ਹੈ ਤੇ ਤੁਹਾਡੇ ਨਾਲ ਜਿਹੜਾ ਮੈਂ ਪਾਵਨ ਸ਼ਬਦ ਆਪਾਂ ਆਰੰਭਤਾ ਦੇ ਵਿੱਚ ਜਿਸ ਦਿਨ ਪੜ੍ਹਿਆ ਸੀ, ਉਸੇ ਹੀ ਸ਼ਬਦ ਨੂੰ ਇੱਕ ਵਾਰ ਫਿਰ ਤੋਂ ਆਪ ਜੀ ਦੇ ਨਾਲ ਸਾਂਝਾ ਕਰਨ ਲੱਗਿਆ। ਕਿਉਂਕਿ ਇਸ ਸ਼ਬਦ ਨੂੰ, ਕਿਉਂਕਿ ਗੁਰਬਾਣੀ ਅੰਦਰ ਹੋਰ ਵੀ ਬੜੇ ਸ਼ਬਦ ਨੇ, ਪਰ ਮੈਂ ਇਹ ਸ਼ਬਦ ਵਾਰ-ਵਾਰ ਤਾਂ ਪੜ੍ਹਦਾ ਪਿਆ ਹਾਂ ਕਿ ਇਸ ਪਾਵਨ ਸ਼ਬਦ ਦੇ ਜਿਹੜੇ ਅਰਥ ਹਨ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ 3 ਪੀੜ੍ਹੀਆਂ ਇਸ ਸ਼ਬਦ ਦੇ ਅਰਥ ਕਰਦੀਆਂ ਪਈਆਂ ਨੇ। ਤੇ ਇਹ ਵੀ ਯਾਦ ਰੱਖਿਓ, ਇਸ ਧਰਤੀ ਦੇ ਉੱਤੇ ਡੁੱਲੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੁੱਚੇ ਪਰਿਵਾਰ ਦੇ ਖੂਨ ਨੇ ਇਸ ਹਿੰਦੁਸਤਾਨ ਦੀ ਧਰਤੀ ਦੀ ਤਵਾਰੀਖ ਬਦਲ ਕੇ ਰੱਖ ਦਿੱਤੀ ਹੈ। ਉਹਨਾਂ ਵਰਗਾ ਕੋਈ ਨਹੀਂ ਜੀ। ਪਾਵਨ ਸ਼ਬਦ ਹੈ ਬਾਣੀ ਦਾ। ਸੋਰਠ ਰਾਗ ਦੇ ਅੰਦਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਚਨ ਕਰਦੇ ਨੇ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਬਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਰਨੈ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ ਨਾਹੀ, ਮਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ,
ਕਾਮ ਕ੍ਰੋਧ ਜਿਹ ਪਰਸੈ ਨਾਹਨ, ਤਿਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ। ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਉ ਪਾਨੀ ਸੰਗ ਪਾਨੀ। ਅਸਲ ਦੇ ਵਿੱਚ ਸਾਹਿਬ ਸਤਿਗੁਰੂ ਕਹਿੰਦੇ ਵੀ ਇੰਨਾ ਦੁੱਖ ਆ ਜਾਏ ਨਾ ਕਿ ਇਨਸਾਨ ਦੀ ਮਦਦ ਕਰਨ ਵਾਲਾ ਵੀ ਕੋਈ ਵੀ ਨਾ ਹੋਵੇ ਮਨੁੱਖਾ ਜਾਮੇ ਅੰਦਰ, ਕਿਸੇ ਤਰ੍ਹਾਂ ਦਾ ਵੀ। ਹਰ ਇੱਕ ਪੱਖ ਇਨਸਾਨ ਦਾ ਵਿਰੋਧੀ ਬਣ ਜਾਏ, ਆਪਦੇ ਵੀ ਵਿਰੋਧੀ ਹੋ ਜਾਵਣ, ਆਪਦੇ ਵੀ ਸਾਥ ਛੱਡਣ ਵਾਲੇ ਬਣ ਜਾਣ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਲਿਆ ਇੱਕ ਗੱਲ ਧਿਆਨ ਦੇ ਵਿੱਚ ਰੱਖੀ, ਨਿਰਾਸ਼ ਨਾ ਹੋਈ। ਜੇ ਤੇਰਾ ਕੋਈ ਵੀ ਮਦਦ ਕਰਨ ਵਾਲਾ ਨਹੀਂ ਨਾ, ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੀ ਕਿ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੇਰਾ ਮਦਦਗਾਰ ਬਣੇਗਾ। ਉਹਨੇ ਹੀ ਤੇਰੀ ਸਹਾਇਤਾ ਕਰਨੀ ਹੈ, ਉਹਨੇ ਮਦਦ ਕਰਨੀ ਹੈ। ਇਸੇ ਨੂੰ ਹੀ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਅੰਦਰ ਬਚਨ ਕਿਹਾ ਨਾ ਕਿ ਆਪਾਂ ਮਹਾਰਾਜ ਦਾ ਦੋਹਰੇ ਦੇ ਰੂਪ ਦੇ ਵਿੱਚ ਸ਼ਬਦ ਜਿਹੜਾ ਪੜ੍ਹਦੇ ਪਏ ਆ ਕਿ ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਤੋ ਪਾਏ। ਕਿਸੇ ਤਰ੍ਹਾਂ ਦਾ ਕੋਈ ਉਪਾਅ ਨਹੀਂ ਰਹਿ ਗਿਆ ਇਨਸਾਨ ਦੇ ਕੋਲ, ਪਰ ਜਦੋਂ ਗੁਰੂ ਦੀ ਬਖਸ਼ਿਸ਼ ਵਰਤਦੀ ਹੈ, ਗੁਰੂ ਦੀ ਰਹਿਮਤ ਵਰਤਦੀ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਬਲ ਹੋਵਾ ਬੰਧਨ ਛੁੱਟੇ, ਸਭ ਕਿਛ ਹੋ ਤੋ ਪਾਏ, ਨਾਨਕ ਸਭ ਕਿਛ ਤੁਮਰਾ ਹਾਥ ਮੈਂ ਤੁਮ ਹੀ ਹੋਤ ਸਹਾਇ। ਸਹਾਇਤਾ ਕਰਨ ਵਾਲਾ ਇੱਕ ਪਰਮਾਤਮਾ, ਉਹਦੇ ਵਰਗਾ ਹੋਰ ਦੂਸਰਾ ਕੋਈ ਨਹੀਂ ਜੀ। ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਨਾਲ ਫਿਰ ਇਹ ਜਿੱਥੋਂ ਮੈਂ ਤੁਹਾਡੇ ਨਾਲ ਕੱਲ ਇਤਿਹਾਸ ਛੱਡਿਆ ਸੀ, ਕਿਉਂਕਿ ਪੰਧ ਬੜਾ ਲੰਬਾ ਜਾਂ ਆਪਾਂ ਸਾਂਝਾ ਕਰਨਾ, ਬੜੀ ਇਕਾਗਰਤਾ ਦੇ ਨਾਲ ਇਤਿਹਾਸ ਦੇ ਨਾਲ ਨਾਲ ਚੱਲਣ ਦਾ ਯਤਨ ਕਰਿਓ। ਆਪ ਜੀ ਨੇ ਕੱਲ ਸੁਣਿਆ ਸੀ ਕਿ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਕੁਰਾਨ ਦਾ ਆਇਤ ਆਇਆ, ਉਹਦੇ ਉੱਤੇ ਔਰੰਗਜ਼ੇਬ ਦੇ ਦਸਤਖਤ ਕਰਕੇ ਸਹੁੰ ਖਾਧੀ ਹੋਈ ਹੈ, ਕੁਰਾਨ ਦੀ ਜਿਲਦ ਦੇ ਲੱਗਿਆ ਹੋਇਆ ਹੈ। ਔਰ ਇਹਨਾਂ ਦੇ ਵੱਲੋਂ ਇੱਕ ਤਸਬੀਹ ਰੱਖੀ ਗਈ, ਹਿੰਦੂ ਵੀਰਾਂ ਦੇ ਵੱਲੋਂ ਆਟੇ ਦੀ ਗਾਂ ਬਣਾਈ ਗਈ, ਇੱਕ ਸਾਲਗ੍ਰਾਮ ਪੱਥਰ ਰੱਖਿਆ ਜਿਹਨੂੰ ਠਾਕੁਰ ਕਹਿੰਦੇ ਨੇ, ਇੱਕ ਛੁਰਾ ਰੱਖਿਆ, ਔਰ ਨਾਲ ਲਿਖਤੀ ਰੂਪ ਦੇ ਵਿੱਚ ਸੈਣ ਕੀਤੇ, ਆਪਣੇ ਆਪਣੇ ਨਾਮ ਸਾਰੇ ਰਾਜਿਆਂ ਨੇ ਲਿਖ ਕੇ ਇਹ ਦਸਤਖਤ ਕੀਤੇ, ਇਸ ਗੱਲ ਦੀ ਗਵਾਹੀ ਦਿੱਤੀ, ਭਰੋਸਾ ਦਿਵਾਇਆ ਕਿ ਜੇ ਅਸੀਂ ਤੁਹਾਨੂੰ ਕੁਝ ਵੀ ਕਹੀਏ, ਤੁਹਾਡੇ ਪਰਿਵਾਰ ਨੂੰ ਜਾਂ ਤੁਹਾਡੇ ਸਿੱਖਾਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਛਲ ਕਪਟ ਕਰੀਏ, ਤਾਂ ਅਸ਼ੁਰਾ ਤੇ ਆਟੇ ਦੀ ਗਾਂ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਸਾਨੂੰ ਕਹਿੰਦੇ ਵੀ ਗਊ ਦੀ ਹੱਤਿਆ ਜਿੰਨਾ ਪਾਪ ਲੱਗੇ। ਧਾਰਮਿਕ ਚਿੰਨ੍ਹਾਂ ਦੀ ਸੁਗੰਧ ਉਹਨਾਂ ਖਾਧੀ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਤੁਸੀਂ ਇੱਥੋਂ ਤੱਕ ਕੱਲ ਸੁਣ ਲਿਆ ਸੀ ਕਿ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨ ਤੇ ਜਿੱਥੇ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਕੀਤਾ ਗਿਆ, ਸੀਸ ਗੰਜ ਸਾਹਿਬ ਵਾਲੀ ਅਸਥਾਨ ਤੇ ਗਏ, ਨਮਸਕਾਰ ਕੀਤੀ, ਪਰਿਕਰਮਾ ਕੀਤੀਆਂ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਧਿਆ ਦੇ ਵੇਲੇ ਬਚਨ ਕਿਹਾ। ਮਹਾਰਾਜ ਕਹਿਣ ਲੱਗੇ, ਕਹਿੰਦੇ ਭਾਈ ਵੀ ਹੈ ਕੋਈ ਜੋ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨ ਦੀ ਸੇਵਾ ਸੰਭਾਲ ਕਰ ਸਕੇ? ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਉਦਾਸੀਆਂ ਦੇ ਵਿੱਚੋਂ ਹੈ ਜੀ ਗੁਰਬਖਸ਼ ਦਾਸ, ਕਈਆਂ ਨੇ ਗੁਰਬਖਸ਼ ਰਾਏ ਵੀ ਲਿਖਿਆ। ਇਹਨਾਂ ਬੇਨਤੀ ਕੀਤੀ, ਕਹਿਣ ਲੱਗੇ ਸਾਹਿਬ ਜੀ ਆਪ ਜੀ ਕਿਰਪਾ ਕਰੋ ਵੀ ਇੱਥੋਂ ਦੀ ਸੇਵਾ ਮੈਂ ਕਰ ਲਵਾਂਗਾ। ਇਸ ਗੁਰਬਖਸ਼ ਦਾਸ ਉਦਾਸੀ ਦਾ ਜਿਹੜਾ ਗੁਰੂ ਹੈ ਨਾ, ਵਿਦਿਆ ਗੁਰੂ, ਉਹਦਾ ਨਾਮ ਹੈ ਮਹਾਦੇਵ। ਤੇ ਇੱਥੇ ਫਿਰ ਮਹਾਦੇਵ ਦੀ ਜਿਹੜੀ ਦਿੱਤੀ ਹੋਈ ਸਿੱਖਿਆ ਸੀ, ਉਸ ਸਿੱਖਿਆ ਨੂੰ ਕਹਿੰਦੇ ਗ੍ਰਹਿਣ ਕੀਤਾ, ਯਾਦ ਰੱਖਣਾ। ਤੇ ਇਹਨੇ ਇੱਕ ਬੇਨਤੀ ਵੀ ਕੀਤੀ ਸੀ, ਕਹਿਣ ਲੱਗੇ ਸਤਿਗੁਰੂ ਜੀ ਮੈਂ ਹਰ ਰੋਜ਼ ਆਪ ਜੀ ਦੇ ਦਰਸ਼ਨ ਕਰਕੇ ਸਤਿਗੁਰੂ ਜਲ ਪਾਣੀ ਛਕਦਾ, ਰੋਜ਼ ਤੁਹਾਡੇ ਦੀਦਾਰ ਕਰਦਾ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਤਾਂ ਮੇਰੇ ਤੋਂ ਰਹਿ ਨਹੀਂ ਹੋਣਾ, ਤੁਸੀਂ ਤਾਂ ਆਨੰਦਪੁਰ ਛੱਡਣ ਲੱਗੇ ਹੋ।
ਗੁਰਬਖਸ਼ ਦਾਸ ਦਾ ਦਾੜਾ ਬਹੁਤ ਲੰਬਾ ਸੀ ਜੀ, ਬਹੁਤ ਲੰਬੇਰਾ ਸੀ ਦਾੜਾ ਉਹਦਾ। ਮਹਾਰਾਜ ਕਹਿਣ ਲੱਗੇ ਜਦੋਂ ਸਵੇਰ ਵੇਲੇ ਤੁਸੀਂ ਇਸ਼ਨਾਨ ਕਰਕੇ ਇਸ ਜਗ੍ਹਾ ਤੇ ਬੈਠ ਕੇ ਜਦੋਂ ਕਹਿੰਦੇ ਵੀ ਗੁਰੂ ਗੁਰੂ ਜਪੋਗੇ, ਸਿਮਰਨ ਦੇ ਵਿੱਚ ਬੈਠੋਗੇ, ਸਤਿਗੁਰੂ ਕਹਿੰਦੇ ਨਾ ਆਪਣੇ ਦਾੜੇ ਨੂੰ ਕਹਿੰਦੇ ਦੇਖ ਲੈਣਾ, ਇਸ ਦਾੜੇ ਦੇ ਵਿੱਚੋਂ ਸਤਿਗੁਰੂ ਕਹਿੰਦੇ ਸਾਡੇ ਦੀਦਾਰ ਹੋਣਗੇ। ਕਲਗੀਧਰ ਪਾਤਸ਼ਾਹ ਜੀ ਦੇ ਬਚਨ ਸਨ। ਅੱਜ ਮੇਰੇ ਸਾਹਿਬ ਜੀ ਦੀ ਕਲਾ ਵਰਤੀ ਜੀ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਦਾਤਾ ਤੁਹਾਡੇ ਜਾਣ ਤੋਂ ਬਾਅਦ ਇਹਨਾਂ ਮੁਗਲਾਂ ਨੇ, ਇਹਨਾਂ ਪਹਾੜੀਆਂ ਨੇ ਆਨੰਦਪੁਰ ਨੂੰ ਉਜਾੜ ਦੇਣਾ ਹੈ। ਮਹਾਰਾਜ ਨੇ ਦੋ ਬਚਨ ਕਹੇ। ਪਾਤਸ਼ਾਹ ਕਹਿਣ ਲੱਗੇ ਕਈ ਵਾਰ ਵਸਣ ਦੇ ਲਈ ਉਜੜਨਾ ਵੀ ਪੈਂਦਾ ਹੈ। ਦੂਸਰਾ ਬਚਨ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਤਾਂ ਆਨੰਦਪੁਰ ਸਾਹਿਬ ਐਸਾ ਵਸੇਗਾ, ਇਸ ਵਸੇ ਹੋਏ ਨੂੰ ਕੋਈ ਨਹੀਂ ਉਜਾੜੇਗਾ, ਜਿਹੜਾ ਉਜਾੜਨ ਆਏਗਾ ਸਤਿਗੁਰੂ ਕਹਿੰਦੇ ਉਹ ਆਪ ਹੀ ਉਜੜ ਜਾਏਗਾ। ਯਾਦ ਰੱਖਣਾ, ਉਜਾੜਨ ਵਾਲੇ ਮੁਗਲ ਕਿੱਧਰ ਗਏ, ਉਜਾੜਨ ਵਾਲੇ ਪਹਾੜੀਏ ਅਜਮੇਰ ਚੰਦ ਵਰਗੇ ਕਿੱਧਰ ਗਏ, ਆਨੰਦਪੁਰ ਸਾਹਿਬ ਤੋਂ ਉਸੇ ਤਰ੍ਹਾਂ ਅੱਜ ਵੀ ਵਸਦਾ ਪਿਆ। ਮਹਾਰਾਜ ਨੇ ਕਲਾ ਵਰਤਾਈ। ਕਿਲੇ ਨੂੰ ਜਦੋਂ ਸਤਿਗੁਰੂ ਜੀ ਨੇ ਖਾਲੀ ਕਰਨ ਤੋਂ ਪਹਿਲਾਂ ਜਥੇ ਬਣਾ ਦਿੱਤੇ। ਸਭ ਤੋਂ ਪਿੱਛੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਨਾਲ ਭਾਈ ਦੇਵਾ ਸਿੰਘ, ਭਾਈ ਕੀਰਤੀ ਸਿੰਘ, ਭਾਈ ਮਹਿਲ ਸਿੰਘ, ਭਾਈ ਕਾਠਾ ਸਿੰਘ, ਭਾਈ ਮਦਨ ਸਿੰਘ ਵਰਗੇ, ਭਾਈ ਹਿੰਮਤ ਸਿੰਘ ਵਰਗੇ ਨਾਲ ਦਿੱਤੇ ਨੇ। ਔਰ ਇੱਥੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਛੋਟੇ ਪੁੱਤਰਾਂ ਦੀ ਬਾਂਹ ਸਨਮਾਨਯੋਗ ਮਾਂ ਗੁਜਰੀ ਨੂੰ ਪਕੜਾਈ ਔਰ ਨਾਲ ਬਹੁਤ ਸਾਰੇ ਸਿੰਘ ਦਿੱਤੇ। ਬਾਬਾ ਜੋਰਾਵਰ ਸਿੰਘ ਵੀ ਉਸ ਵਕਤ, ਕਿਉਂਕਿ ਜਥੇ ਦੇ ਵਿੱਚ ਜਾਣਾ ਸਾਰੇ ਨਿਕਲਦੇ ਪਏ ਨੇ, ਕਿਲੇ ਦੇ ਵਿੱਚੋਂ ਨਿਕਲਦਾ, ਬਹੁਤ ਧਿਆਨ ਦੇ ਨਾਲ ਇੱਕ ਇੱਕ ਚੀਜ਼ ਨੂੰ ਦੇਖ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਐਸਾ ਜਥਾ ਬਣਾਇਆ। ਅੱਗੇ ਮਹਾਰਾਜ ਸੱਚੇ ਪਾਤਸ਼ਾਹ ਆਪ, ਨਾਲ ਪੰਜ ਪਿਆਰੇ, ਨਾਲ ਪੰਜ ਮੁਕਤੇ ਔਰ ਸਾਹਿਬ ਜੀ ਦੇ ਮਹਿਲ ਸਨਮਾਨਯੋਗ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਜਵਾਹਰ ਸਿੰਘ ਅਰੋੜਾ, ਮਾਮਾ ਕਿਰਪਾਲ ਚੰਦ ਦੀਵਾਨ, ਮੁੰਸ਼ੀ ਚੰਦ, ਇਹ ਨਾਲ ਨੇ। ਔਰ ਸਭ ਤੋਂ ਅੱਗੇ ਨਿਸ਼ਾਨ ਸਾਹਿਬ ਚੁੱਕਿਆ ਹੈ ਭਾਈ ਉਦੇ ਸਿੰਘ ਜੀ ਦੇ ਕੋਲ, ਭਾਈ ਬਚਿੱਤਰ ਸਿੰਘ, ਭਾਈ ਮਦਨ ਸਿੰਘ, ਭਾਈ ਕਾਠਾ ਸਿੰਘ, ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ, ਗੁਰੂ ਕੇ ਮਹਾਨ ਜਰਨੈਲ ਸਤਿਗੁਰਾਂ ਦੇ ਨਾਲ ਨੇ। ਅੱਜ ਆਨੰਦਪੁਰ ਸਾਹਿਬ ਦਾ ਕਿਲਾ ਜਦੋਂ ਸਤਿਗੁਰੂ ਜੀ ਨੇ, ਦੇਖੋ ਮੈਂ ਇੱਕ ਬੇਨਤੀ ਕਰਾਂ, ਛੱਡਣ ਦਾ ਕਾਰਨ ਕੀ ਸੀ ਜੀ? ਹੁਣ ਇਹੋ ਜਿਹਾ ਸਮਾਂ, ਇੱਕ ਪਾਸੇ ਤਾਂ ਪੋਹ ਦੇ ਦਿਨ, ਆ ਤਾਂ ਹੁਣ ਠੰਡ ਕੁਝ ਵੀ ਨਹੀਂ ਪੈਂਦੀ, ਉਦੋਂ ਠੰਡ ਬੜੀ ਪਿਆ ਕਰਦੀ ਸੀ। ਅੱਤ ਦੀ ਸਰਦੀ, ਸੀਤ ਲਹਿਰ, ਠੱਕਾ ਵਗਦਾ, ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ। ਸਾਹਮਣੇ ਹੁਣ ਇਹ ਵੀ ਨਹੀਂ ਪਤਾ ਜਾਣਾ ਕਿੱਥੇ ਹੈ। ਚਾਰ ਸਪੇਰੇ ਆਲਾ ਦਵਾਲਾ ਕਹਿੰਦੇ ਪਹਾੜੀਆਂ ਨੇ, ਮੁਗਲਾਂ ਨੇ ਇੰਨੀ ਕੁ ਘੇਰਾਬੰਦੀ ਪੱਕੀ ਕਰ ਰੱਖੀ ਹੈ ਜੀ, ਹਵਾ ਵੀ ਪੁੱਛ ਕੇ ਲੰਘਦੀ ਹੈ। ਇੱਥੇ ਬਸ ਨਹੀਂ, ਇੱਕ ਪਾਸੇ ਪਹਾੜੀਆਂ, ਇੱਕ ਪਾਸੇ ਜੰਗਲ ਦਾ ਰਸਤਾ, ਸਾਹਮਣੇ ਵਾਲਾ ਜਿਹੜਾ ਮੇਨ ਰਸਤਾ ਉਹ ਬਿਲਕੁਲ ਕਹਿੰਦੇ ਵੀ ਬੰਦ ਕਰ ਰੱਖਿਆ, ਵੀ ਉੱਥੋਂ ਦੀ ਕੋਈ ਵੀ ਅੰਦਰ ਆ ਜਾ ਨਾ ਸਕੇ। ਅੱਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਕਿਲੇ ਨੂੰ ਖਾਲੀ ਕਰਕੇ ਸਤਿਗੁਰੂ ਬਾਹਰ ਆਏ ਨਾ, ਇੱਥੇ ਫਿਰ ਇਤਿਹਾਸ ਕਹਿੰਦਾ ਗੁਰਮਖੋ, ਸਭ ਤੋਂ ਪਹਿਲਾ ਜਿਹੜਾ ਹਮਲਾ ਹੈ ਅਜਮੇਰ ਚੰਦ ਦੇ ਵੱਲੋਂ ਕੀਤਾ ਗਿਆ। ਵਜ਼ੀਰ ਖਾਨ ਨੂੰ ਕਹਿੰਦੇ ਵਜ਼ੀਰ ਖਾਨ, ਗੁਰੂ ਗੋਬਿੰਦ ਸਿੰਘ ਜੀ ਉਹ ਜਾਂਦੇ, ਕਹਿੰਦੇ ਵੀ ਹਮਲਾ ਕੀਤਾ ਜਾਏ। ਅੱਜ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੇ ਸਿੱਖਾਂ ਦੇ ਪਿੱਛੋਂ ਹੱਲਾ ਕੀਤਾ ਜੀ। ਜਦੋਂ ਹੱਲਾ ਹੋਇਆ ਨਾ, ਤੇ ਯਾਦ ਰੱਖਣਾ, ਇੱਕ ਇਹ ਵੀ ਬੇਨਤੀ ਕਰਾਂ, ਇਧਰੋਂ ਹਮਲੇ ਦੀ ਤਿਆਰੀ ਹੋ ਚੱਲੀ ਤੇ ਗੁਰੂ ਕੇ ਸਿੱਖ ਸਮੁੱਚੇ ਜਿੰਨੇ ਨਾਲ ਨੇ, ਇੱਕ ਇਤਿਹਾਸਕਾਰ ਨੂੰ ਅੱਜ ਮੈਂ ਪੜ੍ਹਿਆ, ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਕਿ 1500 ਤੋਂ 2000 ਤੱਕ ਦਾ ਜ਼ਿਕਰ ਮਿਲਦਾ ਜੀ ਜਿਹੜੇ ਨਾਲ ਨੇ, ਕਿਉਂਕਿ ਨਗਰ ਦੇ ਲੋਕ ਵੀ ਨਾਲ ਹੈ, ਆਨੰਦਪੁਰ ਸਾਹਿਬ ਦੇ ਗੁਰੂ ਕੇ ਸਿੱਖ ਪਰਿਵਾਰ, ਨਗਰ ਜਿੰਨੇ ਆਨੰਦਪੁਰ ਸਾਹਿਬ ਉਹ ਨਾਲ ਨੇ, ਮਹਾਰਾਜ ਦੇ ਖਾਲੀ ਕਰਦੇ ਪਏ ਆ ਸਾਰੇ। ਤੇ ਇੱਥੋਂ ਜਦੋਂ ਤੁਰਦੀ ਹੈ ਨਾ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਘੋੜੇ ਦੇ ਉੱਤੇ ਚੜੇ, ਘੋੜੇ ਦੀ ਲਗਾਮ ਕੱਸੀ ਤੇ ਪਿੱਛੇ ਆਨੰਦਪੁਰ ਸਾਹਿਬ ਨੂੰ ਦੇਖਿਆ। ਜਦੋਂ ਕਿਲੇ ਨੂੰ ਤੱਕਿਆ ਨਾ ਗੁਰਮਖੋ,
ਇੱਥੇ ਫਿਰ ਭਾਈ ਚੌਪਾ ਸਿੰਘ ਜੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੇ ਖਿਡਾਵੇ ਨੇ, ਜੇ ਸਾਹਿਬਜ਼ਾਦਾ ਬਾਬਾ ਜੇ ਚਾਰੇ ਸਾਹਿਬਜ਼ਾਦਿਆਂ ਨੂੰ ਆਪਣੀ ਗੋਦ ਦੇ ਵਿੱਚ ਖਿਡਾਉਂਦੇ ਰਹੇ ਨੇ, ਮਹਾਰਾਜ ਦੇ ਪੁੱਤਰਾਂ ਦੇ ਖਿਡਾਵੇ ਸਨ ਭਾਈ ਚੌਪਾ ਸਿੰਘ ਜੀ। ਉਹਨਾਂ ਜਦੋਂ ਪੁੱਛਿਆ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਬਚਨ ਕਰਦੇ ਨੇ, ਸਾਹਿਬ ਜੀ ਪਿੱਛੇ ਮੁੜ ਕੇ ਕੀ ਦੇਖਦੇ ਪਏ ਹੋ, ਅੱਗੇ ਨਹੀਂ ਜੀ ਜਾਣਾ। ਫਿਰ ਇੱਥੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਬਚਨ ਕੀਤਾ, ਕਹਿਣ ਲੱਗੇ ਭਾਈ ਸਾਹਿਬ ਜੀ, ਇੱਥੇ ਕਹਿੰਦੇ ਵੀ ਇਸ ਧਰਤੀ ਦੇ ਉੱਤੇ ਮੇਰੇ ਭਰਾ ਕਹਿੰਦੇ ਵੀ ਜੰਮੇ ਪਲੇ ਖੇਡੇ ਅਸੀਂ ਐਡੇ ਐਡੇ ਹੋਏ, ਇਸ ਧਰਤੀ ਤੇ ਬੜਾ ਆਨੰਦ ਮਾਣਿਆ, ਅੰਮ੍ਰਿਤ ਦੀ ਦਾਤ ਲਈ, ਗੱਤਕਾ ਸਿੱਖਿਆ, ਘੋੜ ਸਵਾਰੀ, ਬੜੀਆਂ ਖੁਸ਼ੀਆਂ, ਬੜਾ ਆਨੰਦ ਮਾਣਿਆ। ਅੱਜ ਕਹਿੰਦੇ ਇਸ ਧਰਤੀ ਨੂੰ ਆਪਣੇ ਘਰ ਨੂੰ ਛੱਡਣ ਲੱਗਿਆ ਹਿਰਦੇ ਵਿੱਚ ਬੈਰਾਗ ਉੱਠਦਾ ਹੈ। ਘਰ ਸੀ ਜੀ ਆਪ ਦਾ। ਮੈਂ ਇੱਕ ਬੇਨਤੀ ਹੋਰ ਕਰਾਂ ਗੁਰਮੁਖੋ, ਇੱਕ ਇਨਸਾਨ ਕੋਈ ਕਿਰਾਏ ਤੇ ਰਹਿੰਦਾ ਹੋਵੇ, ਪੋਹ ਦੇ ਦਿਨਾਂ ਦੇ ਵਿੱਚ ਜੇ ਕੋਈ ਮਕਾਨ ਮਾਲਕ ਆ ਕੇ ਆਖੇ ਵੀ ਤੁਸੀਂ ਆ ਕਮਰਾ ਖਾਲੀ ਘਰ ਖਾਲੀ ਕਰਕੇ ਜਾਓ, ਇੱਕੋ ਗੱਲ ਕਹੇਗਾ, ਪੋਹ ਦੇ ਦਿਨ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਕਿੱਥੇ ਜਾਵਾਂਗਾ। ਯਾਦ ਰੱਖਣਾ, ਅੱਜ ਸਾਹਿਬ ਸਤਿਗੁਰੂ ਦੇ ਗੁਰੂ ਗੋਬਿੰਦ ਸਿੰਘ ਵਰਗਾ ਕਿਹੜਾ ਬਣ ਜਾਏਗਾ ਜੀ ਸੰਸਾਰ ਦੇ ਅੰਦਰ, ਨਹੀਂ ਕਿਸੇ ਨੇ ਬਣ ਸਕਦਾ। ਜਿਸ ਦਿਨ ਕਹਿੰਦੇ ਇਸ ਧਰਤੀ ਦੇ ਉੱਤੇ ਜਨੇਊ ਵਾਲੇ ਨੇ ਆ ਕੇ ਪੁਕਾਰ ਕੀਤੀ, ਸਾਡਾ ਤਿਲਕ ਤੇ ਜਨੇਊ ਲੱਥ ਜਾਣਾ ਹੈ, ਉਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਹੋਣ ਲਈ ਦਿੱਲੀ ਤੋਰਿਆ। ਅੱਜ ਜੇ ਆਪਣੇ ਅੱਗੇ ਆਪਦੇ ਅੱਗੇ ਕੁਰਾਨ ਦੇ ਆਇਤ ਦੀ ਕਸਮ ਆਈ, ਧਾਰਮਿਕ ਚਿੰਨ੍ਹਾਂ ਦੀ ਕਸਮ ਆਈ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦਿੱਤਾ। ਇੱਕ ਵਾਰੀ ਵੀ ਨਹੀਂ ਜੇ ਸੋਚਿਆਗਾ, ਕੋਈ ਅੱਗੇ ਪ੍ਰਬੰਧ ਨਹੀਂ ਕੀਤਾ ਵੀ ਕਿੱਥੇ ਜਾਣਾ, ਕਿਹਨੂੰ ਮਿਲਣਾ, ਨਹੀਂ। ਪਰਮਾਤਮਾ ਪਰਮੇਸ਼ਰ ਜੀ ਦਾ ਪੜ ਹੈ, ਸੀਤ ਲਹਿਰ ਠੱਕਾ ਹਵਾ ਚੱਲਦੀ ਹੈ, ਹੱਡਾਂ ਨੂੰ ਚੀਰਦੀ ਜਾਂਦੀ ਹੈ, ਬਾਰਿਸ਼ ਪੈਂਦੀ ਪਈ ਹੈ ਜੀ, ਰਾਤ ਦਾ ਸਮਾਂ, ਹੱਥ ਨੂੰ ਹੱਥ ਨਹੀਂ ਜੇ ਦਿਸਦਾਗਾ। ਅੱਜ ਕਹਿਣ ਲੱਗੇ ਇੱਕ ਪਾਸਿਓਂ ਅਹਿਲੀ ਅਹਿਲੀ ਦੀਆਂ ਆਵਾਜ਼ਾਂ, ਅੱਲਾਹੂ ਅਕਬਰ ਦੇ ਨਾਅਰੇ ਲੱਗਦੇ ਪਏ ਨੇ। ਅਜਮੇਰ ਚੰਦ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਜੀ ਇਹਨੇ ਘੇਰੇ ਵਿੱਚੋਂ ਨਿਕਲ ਨਾ ਜਾਣ, ਇਹਨਾਂ ਨੂੰ ਫੜ ਲਿਆ ਜਾਏ। ਇੱਕ ਯਾਦ ਰੱਖਣਾ, 7 ਮਹੀਨੇ ਹੋ ਚੁੱਕੇ ਨੇ, ਕੁਝ ਵੀ ਖਾਧਾ ਪੀਤਾ ਨਹੀਂ, ਢਿੱਡਾਂ ਤੋਂ ਭੁੱਖੇ ਨੇ ਜੀ, ਕੁਝ ਵੀ ਨਹੀਂ ਜੇ ਛਕਿਆਗਾ। 7 ਮਹੀਨੇ ਲਗਾਤਾਰ ਕਿਲੇ ਨੂੰ ਘੇਰਾ ਰਿਹਾ। ਅੱਜ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਨਾ ਕਿਲੇ ਤੋਂ ਕਹਿੰਦੇ ਵੀ ਕੁਝ ਦੂਰੀ ਤੇ ਆਏ, ਇੰਨਾ ਕੁ ਕਹਿੰਦੇ ਜ਼ਬਰਦਸਤ ਕਹਿੰਦੇ ਵੀ ਹੱਲਾ ਕੀਤਾ ਗਿਆ। ਪਹਿਲਾਂ ਅਜਮੇਰ ਚੰਦ ਨੇ, ਉਸ ਤੋਂ ਬਾਅਦ ਵਜ਼ੀਰ ਖਾਨ ਦੀ ਫੌਜ, ਫਿਰ ਜ਼ਬਰਦਸਤ ਖਾਨ ਦੀ ਫੌਜ ਹੱਲਾ ਕਰਦੀ ਹੈ। ਤੇ ਇਸ ਹਮਲੇ ਨੂੰ ਰੋਕਣ ਦੇ ਲਈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਭਾਈ ਮਦਨ ਸਿੰਘ, ਭਾਈ ਕਾਠਾ ਸਿੰਘ ਵਰਗਿਆਂ ਨੂੰ ਲੈ ਕੇ ਸਾਹਮਣੇ ਡਟ ਗਏ ਨੇ, ਛਾਤੀਆਂ ਤਾਣ ਦਿੱਤੀਆਂ ਜੀ ਅੱਗੇ। ਯਾਦ ਰੱਖਣਾ, ਆ ਜਿਹੜੀ ਰਾਤ ਲੰਘ ਕੇ ਗਈ ਹੈ ਨਾ, ਸਾਰੀ ਰਾਤ ਜੰਗ ਹੋਈ ਹੈ। ਹਾਲਾਂਕਿ ਨਹੀਂ, ਜੰਗ ਦੇ ਉਸੂਲ ਹੁੰਦੇ ਨੇ, ਜੰਗ ਦਿਨ ਵੇਲੇ ਹੁੰਦਾ ਹੈ, ਪਰ ਇਹਨਾਂ ਲੋਕਾਂ ਨੇ ਕਹਿੰਦੇ ਕਸਮਾਂ ਤੋਂ ਮੁੱਕਰ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ ਜ਼ਫਰਨਾਮੇ ਦੇ ਵਿੱਚ ਜੋ ਸਤਿਗੁਰਾਂ ਨੇ ਬਚਨ ਕਹੇ, ਭਾਵੇਂ ਕਿ ਜ਼ਫਰਨਾਮੇ ਦੀ ਚਲੋ ਜਿਹੜੀ ਸ਼ੁਰੂਆਤ ਹੈ ਉਹ ਹੁੰਦੀ ਹੈ ਕਮਾਲੇ ਕਰਾਮਤ ਕਾਇਮ ਕਰੀਮ ਰਾਜਾ ਬਖਸ਼ ਓਏ ਰਾਜਕ ਅਰਹਾ ਕੁਫਨ ਰਹੀਮ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਰਿਜ਼ਕ ਦਾਤਾ ਕੇਵਲ ਇੱਕ ਉਹ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਆ, ਉਹਦੇ ਵਰਗਾ ਦੂਜਾ ਕੋਈ ਨਹੀਂ ਜੇ। ਤੇ ਇਹ ਵੀ ਯਾਦ ਰੱਖਣਾ, ਉਸ ਪ੍ਰਮਾਤਮਾ ਵਰਗਾ ਕਿਹੜਾ ਹੋ ਸਕਦਾ ਜਿਹਦੇ ਵਿੱਚ ਰੱਬ ਦੀ ਉਸਤਤ ਜ਼ਫਰਨਾਮੇ ਵਿੱਚ ਸਤਿਗੁਰਾਂ ਨੇ ਕਰਦਿਆਂ ਕਿਹਾ, ਅਮਾ ਬਖਸ਼ ਬਖਸ਼ਿੰਦੇ ਓਏ ਦਸਤਗੀਰ, ਖਤਾ ਬਖਸ਼ ਰੋਜੀ ਦੇਹੋ ਦਿਲ ਪਜੀਰ। ਪਰਮਾਤਮਾ ਦੀ ਮਹਿਮਾ, ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕੀਤੀ। ਯਾਦ ਰੱਖਣਾ ਜੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਕ ਜੰਗ ਕਿਉਂ ਕਰਨਾ ਪਿਆ। ਮਹਾਰਾਜ ਨੇ ਔਰੰਗੇ ਨੂੰ ਸਬੋਦਾਨ ਕਰਕੇ ਜਿਹੜੇ ਬਚਨ ਕਹੇ ਨਾ ਜ਼ਫਰਨਾਮੇ ਵਿੱਚ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਰਾਂ ਇਤਬਾਰੇ ਬਰੀ ਕਸਮ ਨੇਸਤ ਕਿ ਏਜਦ ਗਵਾਹ ਜਜ ਦਾ ਜਕੇਸ਼ਤ। ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਉਹ ਔਰੰਗਿਆ ਠੀਕ ਹੈ ਤੂੰ ਹਿੰਦੁਸਤਾਨ ਦੀ ਧਰਤੀ ਦਾ ਬਾਦਸ਼ਾਹ ਹੈ, ਪਰ ਮਹਾਰਾਜ ਕਹਿਣ ਲੱਗੇ ਇੱਕ ਗੱਲ ਧਿਆਨ ਦੇ ਵਿੱਚ ਰੱਖੀ। ਪਾਤਸ਼ਾਹ ਕਹਿਣ ਲੱਗੇ ਤੇਰੇ ਵਿੱਚ ਤੇ ਮੇਰੇ ਵਿੱਚ ਇੱਕ ਪਰਮਾਤਮਾ, ਇੱਕ ਰੱਬ, ਇੱਕ ਅੱਲਾਹ ਤਾਲਾ ਖੁਦਾ ਆਪਣੇ ਦੋਨਾਂ ਦੇ ਵਿੱਚ ਉਹ ਗਵਾਹ ਸੀ ਜੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਰੱਬ ਗਵਾਹੀ ਦਿੰਦਾ ਇਸ ਗੱਲ ਦੀ। ਰੱਬ ਇਸ ਗੱਲ ਦੀ ਕਹਿੰਦੇ ਵੀ ਗਵਾਹੀ ਭਰਦਾ ਹੈ
कि महाराज सच्चे पातशाह कहन लगे एक कहते खुदा ने साड़ी कहते भी गवाही दी। महाराज कहन लगे ओ भलिया तू कहते भी एडा बेईमान बंदा निकलिया, तेरिया फौजा ने तेरे नाल दियां ने कहन लगे ना कतरा मरा इतबारे बरोस्त के बख्शीवा दीवा हमें किजब गोस्त। पातशाह कहन लगे तेरे जरनैला ने कलगीधर पातशाह कहते ना कि जेड़े तेरे कहते जरनैल सन, तेरिया फौजां दे जेड़े जरनैल वड्डे वड्डे जेड़े तू थाप के भेजे, पातशाह कहन लगे ये सारे दे सारे झूठ बोलन वाले है। इन्हां दा सब तो वड्डा कहन लगे झूठ दा पुलंदा सब तो वड्डा तू है। महाराज कहते जे किते मैं एक सुपने विच भी कहते अपने हिरदे विच किते फुरना भी सौं दा पैदा कीता हुंदा तो महाराज कहन लगे मैं रब दा उस परमात्मा दा देनदार सां जे मैं एक कदम भी उहदे तों पिछे हट जांदा तां। पर तू तेरे बंदियां ने पातशाह कहन लगे सौहां खा के तुसी सौहां तो मुकरे हो, हमला कीता। महाराज कहन लगे तुसी बेईमान बंदे हो, तुहाडे वर्गा को इत्थों तक सतगुरु पातशाह जी ने कह दिता। महाराज कहन लगे कौन कहंदा है तू ईमान दे प्रति पक्का है? पातशाह कहन लगे तेरे वर्गा बेईमान बंदा कोई नहीं, तू भावें कलमा पढ़दा, रोजे रखदा, कुरान पढ़दा है, तेनू कुरान ते तां छड्ड, जिस मुहम्मद साहब ने इस कुरान दे बोल कहे ने तेनू तां ओहदे उत्ते भी यकीन नहीं रहागा। महाराज ने जफरनामे विच जो जिक्र किया, मैं कहना जी इस तो वड्डी कोई होर हिंदुस्तान की धरती के बादशाह नूं जे किते ललकार के गल्लां कईयां गुरु गोबिंद सिंह जी ने कईयां उहदे वर्गा है कोई नहीं जी। महाराज ने जेड़े बचन कहे ना, पातशाह कहन लगे ना इमां परस्ती ना उजाए दी ना साहिब शनाशी ना मुहम्मद यकीन। पातशाह कहन लगे तैनू तां मुहम्मद साहब दे उत्ते भी भरोसा नहीं। पातशाह कहंदे मैं तां इक्को गल कहांगा कसे कौला कुरा कुनद इतबार हमा रोज आखर सवद मर्द खवार। पातशाह कहंदे जेड़ा बंदा तेरी सुगंध खाधी हुई दे तेरे बंदियां दे वल्लों चुकी हुई सौं दे उत्ते जेड़ा भरोसा करेगा, महाराज कहन लगे ओनू अंत दे वेले कहंदे उस इंसान दी खुबारी होएगी होएगी, क्योंकि तुसी सौहां ते पक्के रहन वाले नहीं। जेड़ा तुहाडीआं सौहां दे उत्ते भरोसा करेगा। अज सतगुरु गुरु कलगीधर पातशाह गुरु गोबिंद सिंह साहब महाराज गुरमुखो जंग हुंदा पिया। जंग हुंदियां कहन लगे अद्धी रात का वक्त आ गया ते कलगीधर पातशाह गुरु गोबिंद सिंह साहब महाराज शाही टिब्बी ते जिन्हों नरमोहगढ़ की पहाड़ी कहंदे महाराज इत्थे आ गए ने। इस जगह ते आए, इधरों साहिब सतगुरु पातशाह भाई उदय सिंह नूं बचन कर दिया। महाराज कहन लगे उदय सिंह जी, उदय सिंह सिंह साहब भाई मणी सिंह जी का पुत्र है जी, जिन्हां दा बंद बंद कट्टिया गया। भाई उदय सिंह नूं बचन कीता, कहन लगे तुसी जथा लैके जाओ 50 सिंघां दा, पिछों कहंदे जिहड़ी फौज आउंदी है उस फौज नूं रोकिया जाए। भाई बचित्र सिंह नूं बचन होया कि रोपड़ दी साइड जिथे मलकपुर रंगड़ है, कहंदे तुसी इस तरफ ते कहंदे भी अपनी फौज नाल जथे लैके जाओ। 100 सिंघां दा जथा लैके गए, उन्होंने उस तरफ तो कहंदे फौज नूं रोकिया। उधरले पासे जंग हुंदा। तीसरी जगह ते सन्मानयोग बाबा जीवन सिंह जी भाई जैता जी 100 सिंघां दा जथा लैके जिथे चखियां पिंड दी जूह है, कहंदे इस जगह दे उत्ते भाई साहब जी आ गए ने। 4 सवेरे कहंदे फौज रुकी, जंग हुंदा पिया। अज कलगीधर पातशाह गुरु गोबिंद सिंह साहब महाराज सच्चे पातशाह सवा पहर रात रह गई जी, अमृत वेला हो चुके है। तीर ने उत्तों दी लंघदे है, गोलियां कोल दी लंघदियां पईयां ने, हनेरे दे विच हथ नूं मारिया हथ नहीं जे दिसदा। अज महाराज सच्चे पातशाह जी ने इत्थे देखो जी, जदों सुख दा समां सी उस वक्त भी करतार दी बंदगी परमात्मा दी इबादत नहीं जे छड्डी। अज जे कहंदे परिवार दे उत्ते सिखां ते दुख दा समा आ गया, अज भी रब दी इबादत नहीं जे छड्डी गई। गुरु रामदास महाराज दा बचन आपां साझा कीता सी ना कि जिहदे विच सतगुरु जी कहंदे ने कि जे सुख दे तां तुझे अराधी, दुख भी तुझे ते आई। अज सतगुरु पातशाह कहन लगे, कहंदे ना साहिबजादे कोल ने, मां गुजरी कोल है, सिख कोल ने, सतगुरु कलगीधर पातशाह घोड़ियां दी काठियां दे उत्ते बैठे ने।
ਮਹਾਰਾਜ ਕਹਿੰਦੇ ਸਾਡਾ ਤਾਨਪੁਰਾ ਪਕੜਾਓ। ਕਈਆਂ ਨੇ ਸਰੰਦਾ ਸ਼ਬਦ ਇੱਥੇ ਤਾਨਪੁਰਾ ਜ਼ਿਆਦਾ ਲਿਖਿਆ ਜੀ, ਇਤਿਹਾਸ ਦੇ ਵਿੱਚ ਵੀ ਤਾਨਪੁਰਾ ਲਿਆ ਮਹਾਰਾਜ। ਤਾਨਪੁਰੇ ਦੇ ਉੱਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਸਰੰਦਾ ਫੇਰਦੇ। ਇਤਿਹਾਸ ਕਹਿੰਦਾ ਪਹਿਲਾਂ ਰੱਬੀ ਗੁਰਬਾ 5 ਬਾਣੀਆਂ ਦਾ ਨਿਤਨੇਮ ਹੋਇਆ, ਘੋੜਿਆਂ ਦੀਆਂ ਕਾਠੀਆਂ ਤੇ ਬੈਠਿਆਂ। ਉਸ ਤੋਂ ਬਾਅਦ ਆਸਾ ਦੀ ਵਾਰ ਦਾ ਕੀਰਤਨ। ਅੱਲਾ यार खां जोगी ने बहुत सुंदर बचन कहे ने, कहते था सर पे वक्त आ गया आशा की वार का, साजों के जीरो बम का चढ़ाओ उतार का, मन सा था कलगी तर के दिले में बेकरार का, मौका मिले तो भजन कर लें किरदगार का, जप जी का जाप उस घड़ी करना जरूर था, पढ़ के गुरु ग्रंथ को भरना सुरूर था। मेरे साहिब सतगुरां ने अज इत्थे ना जी आशा दी वार दा कीर्तन शुरू कीता है। ਜੋਟੀਆਂ ਦੇ ਵਿੱਚ ਸ਼ਬਦ ਪੜ੍ਹੇ ਜਾ ਰਹੇ ਆ, ਛੱਕੇ ਪੜ੍ਹੇ ਜਾ ਰਹੇ ਨੇ। ਆਖਰੀ ਛੱਕਾ ਪੜ੍ਹਿਆ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਡਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦਿਓ, ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਸ਼ਲੋਕ ਮਹੱਲਾ ਪਹਿਲਾ। ਆਪੇ ਭਾਂਡੇ ਸਾਜੀਆਂ आपे पूर्ण दे, एक ने दुध समाई है, एक चुल्हे रहन चढ़े, एक ने हाली पै सवण, एक उपर रहन खड़े, तिन्ना सवारे नानका जिनको नदर करे। महला दूजा। आपे साजे करे आप, जाए पे रखे आप, तिस विच जान तो पाए कह, देखै थापो थाप किस नूं कहीए नानका, सब किश आपे आप। पौड़ी वड्डे कीआं वडियाइयां, किश कहना कहना जाए, सो करता कादर करीम दे, जियां रिजक संभाहे, साई कार कमावणी तुर छोड़ी तिन्नै पाए, नानक एक ही बाहरी होर दूजी नहीं जाए, सो करे जे तिसै रजाए सुध। साहिब जी ने जदों इधरों जी आ जिहड़ी रात आ अज दा जिहड़ा अमृत वेला लंघिया सवेर दे वक्त, आसा दी वार दे कीर्तन दी समाप्ति हो गई। उधरों चिट्टा दिन चढ़ चले है, बारिश पैंदी पई है, सूरज नहीं जे निकले। हुण बारिश दे विच सूरज किथे? आले दुआले कहंदे दुश्मन दी फौज। बड़ा उदों चानण दे विच थोड़ा पता लग्या भी किन्ना को नुकसान दोने पासे दा होया। इतिहास कहंदा है इत्थे भाई उदय सिंह जी वो शहादत दा जाम पी चुके है। इधरों साहबजादा बाबा अजीत सिंह जी नूं प्यारे हिम्मत सिंह जी गए ने, उन्हां नूं बुलाया, कुछ सिखां नूं नाल बुला के इक्को बचन कहन लगे दिन चढ़ गया। इदों पहलां कहंदे फौज दा ज़्यादा इकट्ठ होवे, आले दुआलियों कहंदे दुश्मन दी फौज नूं रोक के सारी जिन्नी संगत है गुरु के परिवार नूं सारियां नूं कहंदे सरसा पार कराउणा शुरू करो। परिवार जी सरसा दे कंढे आ गया। याद रखना ये असल दे विच इहनूं आपां इंज कह दईए भी ये बरसाती नाला सी जी, जिवें शहरां तो बाहर शहरां दे विच ड्रेनां रखीआं हुंदियां ने ना, ये बरसाती नाला सी। बारिश ऐतकी कहंदे इंनी क ज़्यादा पई, जिस बरसात दे नाल कहंदे उत्तों दी भर के इन्ना क वगिया ते कलगीधर पातशाह जी ने हसदियां बचन कहन लगे, सरसा अज जिन्ना चढ़ना सतगुरु कहंदे चढ़ के वग, अज तो बाद कहंदे कदे चढ़ेगी नहीं। ते याद रखियो बारिशां बड़ियां होईयां, सरसा कदे दोबारा चढ़ी नहीं हुंदी। उत्तों कंडियां दे उत्तों दी कहंदे पानी हो के वगदा पिया। कलगीधर पातशाह गुरु गोबिंद सिंह जी ने सरसा पार कीती। 5 प्यारे सरसा पार कर गए। इस सरसा नूं पार करन लगिया साडा बहुत सारा जिहड़ा कहंदे विद्या दा बहुत वड्डा सागर कह दईए, जिन्हों विद्या सागर ग्रंथ कहंदे है, उस सरसा दे वहण दे विच रुड़िया। बहुत सारे जिहड़े सिंह सन वो सरसा दे वहण दे विच रुड़ गए ने। ते साहिब सतगुरु महाराज सच्चे पातशाह गुरु गोबिंद सिंह जी ना जदों कहंदे हुण सरसा पार कीती ते इतिहास कहंदा ना उस वक्त सरसा दे पानी दा वहण इन्ना क तेज है, कईयां दे पैर भी नहीं जे लगन दिते, घोड़ियां दे समेत नाल रुड़ के ले गए है। बहुत दूर तक मुगलों का पहाड़ियां का भी बड़ा नुकसान होया, गुरु के सिखां का भी नुकसान होए। इस सरसा दे कंढे दे उत्ते इतिहास दे विच जिक्र आउंदा, मैनूं कहण दी आग्या देनी। तकरीबन 3 घंटियां दे करीब भाई उदय सिंह जी इन्हां कोना ने जंग कीता है। भाई उदय सिंह जी वो है जिन्हां ने राजे केसरी चंद का सिर वड्ढिया सी। ज्यादा मच्छरदा सी, महाराज ने गुरु साहब के प्रति बड़ा कुछ कहा, इहदा सिर वड्ढ के महाराज दे चरणां च लिया के रख दिता।
ਮਹਾਰਾਜਾ ਉਸ ਹੰਕਾਰੀ ਦਾ ਸਿਰ ਹੈ ਜਿਹੜਾ ਤੁਹਾਡੇ ਪ੍ਰਤੀ ਗਲਤ ਬੋਲਦਾ ਸੀ। ਸ਼ੇਰ ਦਾ ਸ਼ਿਕਾਰ ਕੀਤਾ, ਸ਼ੇਰ ਦੀ ਖੱਲ ਲਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਭੇਟਾ ਕੀਤੀ। ਭਾਈ ਉਦੈ ਸਿੰਘ ਨੇ ਇੱਕ ਇਤਿਹਾਸਕਾਰ ਦਾ ਮੈਂ ਬਚਨ ਪੜ੍ਹਿਆ, ਉਹਨਾਂ ਲਿਖਿਆ ਨਾ ਕਿ ਤਿੰਨ ਖੱਚਰਾਂ ਭਰੀਆਂ ਹੋਈਆਂ ਖੁਰਜੀਆਂ ਤੀਰਾਂ ਦੀਆਂ ਖਾਲੀ ਕੀਤੀਆਂ, ਇਸ ਸਰਸਾ ਦੇ ਕੰਢੇ ਤੇ ਇੰਨੇ ਤੀਰ ਚਲਾਏ ਨੇ। ਭਾਈ ਉਦੈ ਸਿੰਘ ਜੀ ਦੀ ਜਦੋਂ ਸ਼ਹਾਦਤ ਹੋਈ ਨਾ, 3 ਘੰਟੇ ਲਗਾਤਾਰ 4 ਘੰਟੇ ਕਿਰਪਾਨ ਚਲਾਈ ਹੈ ਭਾਈ ਜੀਵਨ ਸਿੰਘ ਜੀ ਨੇ। ਜਦੋਂ ਕਹਿੰਦੇ ਆਲੇ ਦੁਆਲੇ ਤੋਂ ਫੌਜ ਦਾ ਇਕੱਠ ਜ਼ਿਆਦਾ ਹੋਇਆ, ਗੋਲੀ ਛਿੱਕਾ ਜ਼ਿਆਦਾ, ਤੀਰ ਚੱਲੇ, ਪਿਆਰਾ ਸਿੰਘ ਪਦਮ ਨੇ ਗੁਰੂ ਕੀਆਂ ਸਾਖੀਆਂ ਵਿੱਚ ਜ਼ਿਕਰ ਕੀਤਾ, ਚਰਨ ਚੱਲੋ ਮਾਰਗ ਗੋਬਿੰਦ ਦੇ ਵਿੱਚ ਜ਼ਿਕਰ ਆਇਆ, ਕਿਰਤ ਕਵੀ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਦੇ ਅੰਦਰ ਜ਼ਿਕਰ ਕੀਤਾ, ਹੋਰ ਵੀ ਵਿਦਵਾਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਾਈ ਜੀਵਨ ਸਿੰਘ ਜੀ ਦੇ ਮਸਤਕ ਦੇ ਵਿੱਚ, ਮੱਥੇ ਦੇ ਵਿੱਚ ਗੋਲੀ ਲੱਗੀ ਤੇ ਜਿਹਦਾ ਕਰਕੇ ਸ਼ਹਾਦਤ ਦਾ ਜੰਮ ਪੀ ਗਏ ਨੇ। ਦੂਸਰੇ ਪਾਸੇ ਮਲਕਪੁਰ ਰੰਗੜਾ ਦੀ ਸਾਈਡ ਤੇ ਭਾਈ ਬਚਿੱਤਰ ਸਿੰਘ ਜੀ ਦਾ ਜਿਹੜਾ ਸਰੀਰ ਸੀ ਜੀ, ਭਾਈ ਬਚਿੱਤਰ ਸਿੰਘ ਜੀ ਉਹ ਜਿਨ੍ਹਾਂ ਨੇ ਨਾਗਣੀ ਮਾਰ ਕੇ ਨਾ 7 ਤਵੀਆਂ ਪਾੜ ਦਿੱਤੀਆਂ ਸੀ, ਲੋਹਗੜ੍ਹ ਦਾ ਕਿਲਾ ਤੋੜਨ ਦੇ ਲਈ ਹਾਥੀ ਬੁਲਾਇਆ ਸੀ। ਜਦੋਂ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਇਥੋਂ ਹੁਣ ਜਿਹੜਾ ਪਰਿਵਾਰ ਹੈ ਗੁਰੂ ਕਾ ਜੀ 3 ਹਿੱਸਿਆਂ ਵਿੱਚ ਵੰਡਿਆ ਜਾ ਰਹੀ ਹੈ। ਸਨਮਾਨਯੋਗ ਜਗਤ ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਇਹ ਇੱਕ ਪੰਧ ਬਣ ਗਿਆ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ ਸਰਸਾ ਤੋਂ ਕਿਸ ਤਰਫ ਕੀ ਕੁਝ ਵਾਪਰਦਾ। ਮੈਂ ਇਹ ਲੜੀ ਇੱਥੇ ਛੱਡਣ ਲੱਗਿਆ। ਦੂਸਰਾ ਪੰਧ ਹੈ ਜੀ ਸਨਮਾਨਯੋਗ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਨਾਲ ਗਿਣਤੀ ਦੇ ਸਿੰਘ ਨੇ ਸਿੰਘ ਸਾਹਿਬ ਭਾਈ ਮਣੀ ਸਿੰਘ ਜੀ, ਜਵਾਹਰ ਸਿੰਘ ਅਰੋੜਾ, ਮਾਮਾ ਕਿਰਪਾਲ ਚੰਦ। ਇਹਨਾਂ ਜਦੋਂ ਕਹਿੰਦੇ ਸਰਸਾ ਪਾਰ ਕੀਤੀ, ਇਹ ਦਿੱਲੀ ਤਰਫ ਹੋ ਤੁਰੇ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਨਾਲ 5 ਪਿਆਰਿਆਂ ਨੂੰ ਲੈ ਕੇ, ਹੋਰ ਸਤਿਗੁਰੂ ਜੀ ਦੇ ਨਾਲ 5 ਮੁਕਤੇ ਸਿੰਘ ਗਿਣਤੀ ਦੇ ਸਿੰਘ ਨੇ ਸਤਿਗੁਰਾਂ ਦੇ ਨਾਲ, ਇਹ ਚਮਕੌਰ ਸਾਹਿਬ ਨੂੰ ਇੱਥੋਂ ਸਤਿਗੁਰੂ ਸਭ ਤੋਂ ਪਹਿਲਾਂ ਰੋਪੜ ਆਏ। ਰੋਪੜ ਤੋਂ ਬਾਅਦ ਬਾਹਮਣ ਮਾਜਰਾ, ਬੂਰ ਮਾਜਰਾ, ਇੱਥੋਂ ਦੀ ਹੁੰਦੇ ਸਤਿਗੁਰੂ ਪਾਤਸ਼ਾਹ ਕੋਟਲਾ ਨਿਹੰਗ ਆਏ ਨੇ। ਇਧਰੋਂ ਪਿੱਛੇ ਜੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਭਾਈ ਧੰਨਾ ਸਿੰਘ ਜੀ, ਜਿਨ੍ਹਾਂ ਨੇ ਚੰਦਰ ਕਵੀ ਦੀ ਕਵਿਤਾ ਦੇ ਅਰਥ ਕੀਤੇ, ਮਹਾਰਾਜ ਦੇ ਘਰ ਦਾ ਕਾਈਏ ਸੀ ਘੋੜਿਆਂ ਦੀ ਸੇਵਾ ਕਰਨ ਵਾਲਾ ਭਾਈ ਧੰਨਾ ਸਿੰਘ ਜੀ। ਇਹ ਜਦੋਂ ਹੁਣ ਇੱਥੋਂ ਨਿਕਲਣ ਲੱਗੇ ਨਾ, ਅੱਗੇ ਭਾਈ ਬੁੱਢਾ ਸਿੰਘ ਨਾਲ ਹੈ, ਭਾਈ ਸਨਮੁਖ ਸਿੰਘ ਵਰਗੇ ਜਦੋਂ ਅੱਗੇ ਨਿਕਲਣ ਲੱਗੇ, ਇੱਥੇ ਫਿਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਨਾ ਘੋੜੇ ਦੀਆਂ ਬਾਗਾਂ ਇੱਕ ਵਾਰ ਫਿਰ ਕੱਸੀ ਜਾਂਦੇ। ਉਹ ਪਿੱਛੇ ਦੇਖਦੇ ਨੇ, ਸਰਸਾ ਦੇ ਵਹਿਣ ਨੂੰ ਜਦੋਂ ਦੇਖਿਆ, ਇਤਿਹਾਸ ਦੇ ਵਿੱਚ ਅੱਲਾ ਯਾਰ ਖਾਂ ਜੋਗੀ ਨੇ ਬਹੁਤ ਸੁੰਦਰ ਸ਼ਬਦ ਕਹਿਣ ਲੱਗੇ, ਜਬ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ। ਦੂਰੋਂ ਦੇਖਿਆ ਜੀ, ਸਰਸਾ ਦੇ ਕਿਨਾਰਿਆਂ ਨੂੰ ਦੇਖਿਆ ਗਿਆ। ਜਬ ਦੂਰ ਸੇ दरिया के किनारे नजर आए, डूबे हुए सरसा में प्यारे नजर आए, ये देखकर बिखड़े हुए सारे नजर आए, बिफरे हुए सतगुरु के दुलारे नजर आए, कहते थे इजाजत नहीं है हमें। साहिबजादा बाबा अजीत सिंह जी ये कह रहे सन, कहते थे इजाजत नहीं है हमें, अरण की मिट्टी तक उड़ा सकते हैं, दुश्मन के चमन की। कहते सानू सतगुरु जी ने पूरी खुल नहीं जे दिती, जे किते सानू मैदाने जंग दी पूरी खुल दे देंदे। कहते इन्हां दे सतगुरु पातशाह जी दे साहिबजादे बाबा अजीत सिंह कहते ना, इन्हां दे कहते मिट्टी उड़ा देंदे, इन्हां दी खाक उड़ा देनी सी, छड्डने नहीं सी। अज याद रखियो, इत्थे फिर साहिबजादा बाबा अजीत सिंह जी जदों हुण देखदे आ भी कोई सिख मिल जाए, इन्हां दे विच भाई बचिੱਤਰ ਸਿੰਘ जी ਜ਼ਖਮੀ हालत दे विच शरीर ते बहुत ज़्यादा फट लगे ने, इन्हां नूं नाल लिया, नाल लैके अज इतिहास कहंदा है जी घोड़े दे उत्ते बिठाया, अपने हजूरीए नाल भाई बचिੱਤਰ ਸਿੰਘ नूं नाल बन ले। घोड़े नूं अड्डी दस्सिया सी सतगुरां ने कि कोटला निहंग जावांगे, जिथे भट्ठा साहब अस्थान है जी, सौखा कर लईए। महाराज इत्थे आए ने, इस कोटला निहंग दे इस कोटले अंदर जिथे भट्ठा साहब अस्थान है, इत्थे असल दे विच कोटला निहंग रहिंदा है।
ਇਹ ਮੁਸਲਮਾਨ ਪਰਿਵਾਰ ਆ ਪਰ ਗੁਰੂ ਘਰ ਦਾ ਸ਼ਰਧਾਲੂ ਬੜਾ ਹੈ ਜੀ। ਇਹਨਾਂ ਦੇ ਜਿਹੜੇ ਸਭ ਤੋਂ ਪ੍ਰਾਤਨ ਬਜ਼ੁਰਗ ਹੋਏ ਆ ਨਾ, ਉਹਨਾਂ ਦਾ ਨਾਮ ਸੀ ਸੁਲੇਮਾਨ ਖਾਨ। ਸੁਲੇਮਾਨ ਖਾਨ ਦਾ ਪੁੱਤਰ ਹੈ ਸੁਲਤਾਨ ਖਾਨ, ਸੁਲਤਾਨ ਖਾਨ ਦਾ ਪੁੱਤਰ ਹੈ ਸ਼ਮਸ ਖਾਨ, ਸ਼ਮਸ ਖਾਨ ਦਾ ਪੁੱਤਰ ਹੈ ਆਲਮ ਖਾਨ। ਆਲਮ ਖਾਨ ਦੇ ਘਰ ਦੇ ਵਿੱਚ 2 ਬੱਚਿਆਂ ਦਾ ਜਨਮ ਹੁੰਦਾ ਹੈ, ਇੱਕ ਧੀ ਦਾ ਤੇ ਇੱਕ ਪੁੱਤਰ ਦਾ। ਪੁੱਤਰ ਹੈ ਨਿਹੰਗ ਖਾਨ ਤੇ ਧੀ ਦਾ ਨਾਂ ਹੈ ਬੀਬੀ ਉਮਰੀ। ਇਹ ਬੀਬੀ ਉਮਰੀ ਮਾਛੀਵਾੜੇ ਦੇ ਵਿੱਚ ਵਿਆਹੀ ਗਈ ਹੈ ਤੇ ਮਾਛੀਵਾੜੇ ਦੇ ਵਿੱਚ ਇਸ ਬੀਬੀ ਉਮਰੀ ਦੀ ਕੁੱਖ ਤੋਂ ਭਾਈ ਗਣੀ ਖਾਂ ਤੇ ਨਬੀ ਖਾਂ ਦਾ ਜਨਮ ਹੁੰਦਾ ਹੈ, ਜੋ ਅੱਗੇ ਆਪਾਂ ਨੂੰ ਕੰਮ ਆਉਣਾ ਹੈ ਜੀ। ਤੇ ਯਾਦ ਰੱਖਿਓ, ਸਾਹਿਬ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਇਸ ਨਿਹੰਗ ਖਾਨ ਦੇ ਘਰ ਦੇ ਅੰਦਰ ਅੱਗੇ 2 ਬੱਚਿਆਂ ਦਾ ਜਨਮ ਹੈ ਜੀ। ਯਾਦ ਰੱਖਣਾ, ਨੁਰੰਗ ਖਾਨ ਤੇ ਬੀਬੀ ਉਮਰੀ ਇਹ ਦੋਨੋਂ ਸਕੇ ਭੈਣ ਭਰਾ ਨੇ। ਨੁਰੰਗ ਖਾਨ ਦੇ ਘਰ ਦੇ ਵਿੱਚ ਅੱਗੇ ਨਿਹੰਗ ਖਾਨ ਦਾ ਜਨਮ ਹੋਇਆ। ਨਿਹੰਗ ਖਾਨ ਦੇ ਘਰ ਦੇ ਵਿੱਚ ਫਿਰ ਅੱਗੇ 2 ਬੱਚੇ ਨੇ, ਇੱਕ ਪੁੱਤ ਹੈ ਇੱਕ ਧੀ ਹੈ। ਪੁੱਤਰ ਦਾ ਨਾਮ ਹੈ ਭਾਈ ਆਲਮ ਖਾਨ ਤੇ ਧੀ ਦਾ ਨਾਮ ਹੈ ਬੀਬੀ ਮੁਮਤਾਜ਼। ਯਾਦ ਰੱਖਣਾ, ਇਤਿਹਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਇਆ ਕਿ ਭਾਈ ਆਲਮ ਖਾਨ ਦੇ ਨਾਲ ਰਾਏਕੋਟ ਦਾ ਰਹਿਣ ਵਾਲਾ ਜਿਹੜਾ ਰਾਏ ਕੱਲਾ ਚੌਧਰੀ ਹੈ, ਜਿਹਦਾ ਨੌਕਰ ਸੀ ਭਾਈ ਨੂਰਾ ਮਾਹੀ, ਜਿਹਦੇ ਤੋਂ ਗੁਰੂ ਗੋਬਿੰਦ ਸਿੰਘ ਜੀ ਸਰਹੰਦੋਂ ਖਬਰ ਮੰਗਾਉਂਦੇ ਨੇ ਆਪਣੇ ਪੁੱਤਰਾਂ ਦੀ। ਇਸ ਰਾਏ ਕੱਲੇ ਦੀ ਧੀ ਨਿਹੰਗ ਖਾਨ ਦੇ ਪੁੱਤਰ ਆਲਮ ਖਾਨ ਦੇ ਨਾਲ ਵਿਆਹੀ ਹੋਈ ਹੈ। ਤੇ ਦੂਸਰਾ ਬੀਬੀ ਮੁਮਤਾਜ਼, ਇਹ ਉਹ ਔਰਤ ਹੈ ਜੀ ਜਿਹਦਾ ਜਨਮ 1699 ਦੇ ਵਿੱਚ 1699 ਦੇ ਵਿੱਚ ਜਨਮ ਹੁੰਦਾ ਹੈ ਤੇ 1820 ਤੱਕ ਇਹ ਜਿਉਂਦੀ ਰਹੀ ਹੈ। ਤਕਰੀਬਨ 130 ਸਿੱਖ ਰਾਜ ਤੱਕ ਜਿਉਂਦੀ ਰਹੀ ਹੈ ਬੀਬੀ ਉਮਰੀ। ਬੀਬੀ ਮੁਮਤਾਜ਼ ਨਾ ਸਿੱਖ ਰਾਜ ਤੱਕ। ਯਾਦ ਰੱਖਿਓ ਗੁਰਮੁਖੋ, ਫਿਰ ਜਦੋਂ ਸਤਿਗੁਰੂ ਇਹਨਾਂ ਦੇ ਘਰ ਆਏ, ਭਾਈ ਬਚਿੱਤਰ ਸਿੰਘ ਵੀ ਇੱਥੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਉਹਨਾਂ ਨੂੰ ਵੀ ਲੈ ਆਏ। ਜ਼ਖਮੀ ਹਾਲਤ ਦੇ ਵਿੱਚ ਸੀ ਤੇ ਦੇਖ ਕੇ ਕਿਹਾ ਜੀ ਆਸਣ ਲਾਇਆ ਜਾਏ। ਚਲੋ ਚਾਦਰ ਵਿਛਾ ਦਿੱਤੀ ਮੰਜੇ ਦੇ ਉੱਤੇ। ਭਾਈ ਬਚਿੱਤਰ ਸਿੰਘ ਨੂੰ ਇੱਕ ਕਮਰੇ 'ਚ ਪਾ ਦਿੱਤਾ। ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਅੱਜ ਦਾ ਦੁਪਹਿਰ ਸਮਾਂ ਲੰਘਿਆ ਨਾ, ਦੁਪਹਿਰ ਦਾ ਸਵੇਰ ਤੋਂ ਤਕਰੀਬਨ ਆਪਾਂ ਇੰਜ ਕਹਿ ਲਈਏ ਵੀ 10 ਤੋਂ ਲੈ ਕੇ ਜਿਹੜਾ ਹੁਣ ਤੱਕ ਦਾ ਜਿਹੜਾ ਸਮਾਂ, ਇਸ ਵੇਲੇ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਟਲਾ ਨਿਹੰਗ ਦੇ ਘਰ ਨੇ, ਜਿੱਥੇ ਭੱਠਾ ਸਾਹਿਬ ਮਹਾਰਾਜ ਇੱਥੇ ਰਹੇ। ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਪਤਾ ਹੈ ਵੀ ਜਿਹੜੀਆਂ ਫੌਜਾਂ ਨੇ ਉਹ ਪਿੱਛਾ ਕਰਦੀਆਂ ਆ ਰਹੀਆਂ ਨੇ ਅਨੰਦਪੁਰ ਸਾਹਿਬ ਤੋਂ ਹੀ। ਮਹਾਰਾਜ ਹੁਣ ਉਹ ਨਵੇਕਲੀ ਜਗ੍ਹਾ ਲੱਭਦੇ ਐ ਕਿ ਜਿੱਥੇ ਜੰਗ ਕੀਤਾ ਜਾ ਸਕੇ, ਦੁਸ਼ਮਣ ਦਾ ਮੁਕਾਬਲਾ ਕੀਤਾ ਜਾ ਸਕੇ, ਇਹਨਾਂ ਨੂੰ ਮੂੰਹ ਤੋੜ ਵਾਂਗੂ ਜਵਾਬ ਦਿੱਤਾ ਜਾ ਸਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਿਹੰਗ ਖਾਨ ਨੂੰ ਕਹਿਣ ਲੱਗੇ, ਨਿਹੰਗ ਖਾਨ ਕਹਿੰਦੇ ਅਸੀਂ ਚੱਲੇ ਹਾਂ, ਭਾਈ ਬਚਿੱਤਰ ਸਿੰਘ ਦੀ ਸੇਵਾ ਤੁਸਾਂ ਕਰਨੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸ਼ਰੀਰ ਤਿਆਗਣ, ਇਹਨਾਂ ਦਾ ਸੰਸਕਾਰ ਵੀ ਤੁਸਾਂ ਮਰਿਆਦਾ ਅਨੁਸਾਰ ਕਰਵਾ ਦੇਣਾ। ਬਚਨ ਕਹੇ ਨੇ ਮਹਾਰਾਜ ਨੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ ਇੱਥੇ ਨਾ ਜੀ ਭਾਈ ਬਚਿੱਤਰ ਸਿੰਘ ਸਾਹਮਣੇ ਮੰਜੇ ਤੇ ਪਿਆ। ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੁਰਨ ਲੱਗੇ, ਯਾਦ ਰੱਖਿਓ ਇੱਥੇ ਇਸ ਭਾਈ ਬਚਿੱਤਰ ਸਿੰਘ ਜੀ ਦੇ ਕੋਲ ਨਿਹੰਗ ਖਾਨ ਦੀ ਜਿਹੜੀ ਬੇਟੀ ਹੈ ਮੁਮਤਾਜ਼, ਹਾਲਾਂਕਿ ਤੁਸੀਂ ਮੁਸਲਮਾਨਾਂ ਦੇ ਘਰਾਂ ਦੇ ਵਿੱਚ ਕਿਸੇ ਅਰਬ ਦੇ ਵਿੱਚ ਜਾਂ ਹੋਰ ਕਿਸੇ ਵੀ ਪਾਸੇ ਚਲੇ ਜਾਓ, ਉਹ ਭਾਵੇਂ ਆਪਦੇ ਕੋਈ ਚਾਚੇ ਦਾ ਇਹਦਾ ਪੁੱਤਰ ਵੀ ਕਿਉਂ ਨਾ ਹੋਵੇ, ਔਰਤ ਦੇ ਕੋਲ ਜਾਣ ਦੀ ਮਨਾਹੀ ਹੈ ਜੀ। ਉਹ ਆਪਣਾ ਮੁੱਖ ਬਿਲਕੁਲ ਢੱਕੇ ਰੱਖਦੀਆਂ ਨੇ, ਆਪਣੀਆਂ ਸਿਰਫ ਨੇਤਰ ਨੰਗੇ ਹੁੰਦੇ ਉਹਨਾਂ ਦੇ। ਪਰ ਕੁਰਬਾਨ ਜਾਈਏ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਕਿੱਡਾ ਕੁ ਗੁਰੂ ਸਾਹਿਬ ਜੀ ਦੇ ਸਿੱਖਾਂ ਦਾ ਕਿਰਦਾਰ ਉੱਚਾ ਹੋਏਗਾ ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਨਾ ਕਲਗੀਧਰ ਪਾਤਸ਼ਾਹ ਜਦੋਂ ਪਿਆਰ ਕਰਦੇ ਆ ਤੇ ਗੁਰੂ ਕੇ ਸਿੱਖਾਂ ਨੇ ਵੀ ਜਿਹੜੇ ਪਿਆਰ ਕਰਨ ਵਾਲੇ ਆ ਉਹਨਾਂ ਨੇ ਵੀ ਗੱਲ ਸਿਰੇ ਲਾ ਦਿੱਤੀ ਹੈ।
ਅੱਜ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਦੇ ਕੋਲ ਆਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸੱਜਾ ਹੱਥ ਨਾ ਭਾਈ ਬਚਿੱਤਰ ਸਿੰਘ ਦੇ ਮਸਤਕ ਤੇ ਸਤਿਗੁਰੂ ਜੀ ਨੇ ਲਾਇਆ। ਸੀਸ ਤੇ ਹੱਥ ਫੇਰਦੇ ਸਤਿਗੁਰਾਂ ਨੇ ਦਾੜੇ ਤੇ ਵੀ ਹੱਥ ਫੇਰਿਆ ਭਾਈ ਬਚਿੱਤਰ ਸਿੰਘ ਜੀ ਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪੁੱਤਰ ਅਸੀਂ ਅੱਗੇ ਚੱਲੇ ਹਾਂ। ਭਾਈ ਬਚਿੱਤਰ ਸਿੰਘ ਜੀ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਫਤਿਹ ਬੁਲਾਈ। ਬਸ ਸਤਿਗੁਰਾਂ ਦੀ ਛੋਹ ਮਿਲ ਗਈ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਸ ਉਹ ਹੱਥ ਲਾਉਂਦਿਆਂ ਸਾਰੀ ਕਲਾ ਵਰਤਾ ਦਿੱਤੀ ਹੈ ਸਾਹਿਬ ਜੀ ਨੇ। ਦੇਖੋ ਭਾਈ ਬਚਿੱਤਰ ਸਿੰਘ ਨੂੰ ਥਾਪੜਾ ਦਿੱਤਾ ਨਾ ਤੇ ਹਾਥੀ ਨਾਲ ਲੜ ਗਏ ਜੀ। 4 ਫੁੱਟ ਦਾ ਕੱਦ ਸੀ, ਹਾਥੀ ਨਾਲ ਲੜ ਗਏ। ਅੱਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਮਸਤਕ ਦੇ ਹੱਥ ਲਾ ਕੇ ਦਾੜੇ ਤੇ ਹੱਥ ਫੇਰਿਆ, ਸਤਿਗੁਰਾਂ ਨੇ ਉਹ ਰੂਹਾਨੀਅਤ ਦਾ ਖਜ਼ਾਨਾ ਸਤਿਗੁਰਾਂ ਨੇ ਬਖਸ਼ ਦਿੱਤਾ ਜਿਹਨੂੰ ਮਹਾਰਾਜ ਦੀ ਬਾਣੀ ਕਹਿੰਦੀ ਆ, ਕਰ ਹੁਕਮ ਮਸਤਕ ਹੱਥਦਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਬਸ ਅੰਦਰ ਕਹਿੰਦੇ ਕੋਈ ਵੀ ਬੁਰਾ ਕਰਮ ਨਹੀਂ ਰਹਿ ਗਿਆ, ਅੰਦਰ ਬਖਸ਼ਿਸ਼ ਹੀ ਬਖਸ਼ਿਸ਼ ਵਰਤ ਗਈ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਅਸੀਂ ਅੱਗੇ ਜਾਣਾ ਹੈ। ਭਾਈ ਆਲਮ ਸਿੰਘ ਨੂੰ ਮਾਫ ਕਰਨਾ, ਭਾਈ ਆਲਮ ਖਾਨ ਨੂੰ ਨਾਲ ਨਿਹੰਗ ਖਾਨ ਨੇ ਤੋਰਿਆ ਵੀ ਸਤਿਗੁਰੂ ਪਾਤਸ਼ਾਹ ਜੀ ਜਿੱਧਰ ਜਾਣਾ ਚਾਹੁੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਉਂਕਿ ਉਹ ਰਸਤਿਆਂ ਤੇ ਜਾਣੂ ਸਨ। ਪਰ ਮੈਂ ਬੇਨਤੀ ਕਰਾਂਗਾ, ਗੁਰੂ ਨੂੰ ਰਸਤਾ ਕੌਣ ਦੱਸ ਸਕਦਾ ਜੀ, ਉਹ ਤਾਂ ਆਪ ਅੰਤਰਜਾਮੀ ਨੇ। ਮਹਾਰਾਜ ਨੂੰ ਬੇਨਤੀ ਕੀਤੀ, ਦਾਤਾ ਜੀ ਇਸ ਤਰਫ ਸਤਿਗੁਰੂ ਕਲਗੀਧਰ ਪਾਤਸ਼ਾਹ ਚੱਲਦੇ ਹੋਏ ਨਾ, ਜਿਹਨੂੰ ਅੱਜ ਆਪਾਂ ਮਾਣ ਨਾਲ ਚਮਕੌਰ ਸਾਹਿਬ ਕਹਿੰਦੇ ਹੈ, ਇਹਦਾ ਪਹਿਲਾ ਨਾਮ ਸੀ ਜੀ ਚਮਕੌਰ। ਪਿੰਡ ਨੂੰ ਕਿਹਾ ਕਰਦੇ ਸਨ। ਸਾਹਿਬ ਉਦੋਂ ਬਣਿਆ ਸਾਹਿਬ ਦਿਓਨ ਦੇ ਨਾਲ। ਜਿੱਥੇ ਬਾਜ਼ਾਰ ਦੇ ਵਿੱਚ ਸਥਾਨ ਬੜਿਆ ਨਾ, ਇਹ ਬਾਗ ਵਾਲੀ ਜਗ੍ਹਾ ਸੀ। ਮਹਾਰਾਜ ਇੱਥੇ ਆ ਗਏ, ਆਲਮ ਖਾਨ ਨੂੰ ਵਾਪਸ ਮੋੜ ਦਿੱਤਾ। ਇਧਰੋਂ ਸਾਹਿਬ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਬਾਗ ਦੇ ਵਿੱਚ ਆਏ ਨਾ, ਇੱਥੇ ਖੂਹ ਹੈ ਜੀ। ਖੂਹ ਤੇ ਸਤਿਗੁਰੂ ਜੀ ਨੇ ਕਹਿੰਦੇ ਵੀ ਆਪਣਾ ਮੁਖ ਵੀ ਧੋਤਾ, ਜਲ ਵੀ ਛਕਿਆ, ਸਿੱਖਾਂ ਨੇ ਵੀ ਛਕਿਆ ਇੱਥੇ। ਤੇ ਮਹਾਰਾਜ ਦਸਮ ਪਾਤਸ਼ਾਹ ਬਚਨ ਕਰਦੇ ਨੇ। ਸਤਿਗੁਰੂ ਕਹਿਣ ਲੱਗੇ, ਸਿੰਘੋ ਕਹਿੰਦੇ ਭਾਈ ਵੀ ਇੱਥੇ ਨਾ ਬੁੱਧੀ ਚੰਦ ਕਹਿੰਦੇ ਵੀ ਰਹਿੰਦਾ ਰਾਵਤ ਗੋਤ ਦਾ। ਮਹਾਰਾਜ ਕਹਿੰਦੇ ਉਹਨੂੰ ਬੁਲਾ ਕੇ ਲੈ ਕੇ ਆਓ। ਚੌਧਰੀ ਸੀ ਜੀ। ਭਾਈ ਬੁੱਧੀ ਚੰਦ ਨੂੰ ਜਦੋਂ ਬੁਲਾਇਆ, ਕਲਗੀਧਰ ਪਾਤਸ਼ਾਹ ਜੀ ਦਾ ਜਿਹੜਾ ਸਾਹਮਣੇ ਕਹਿੰਦੇ ਜੋ ਉਹਨੇ ਸੀਨ ਦੇਖਿਆ, ਹੱਥ ਜੋੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਦਾਤਾ ਕਿਰਪਾ ਕਰੋ ਵੀ ਮੈਨੂੰ ਸੇਵਾ ਦੱਸੋ। ਸਤਿਗੁਰੂ ਮੈਂ ਆਪ ਜੀ ਦੀ ਸੇਵਾ ਇਸ ਟਾਈਮ ਕੀ ਕਰ ਸਕਦਾ ਹਾਂ। ਮਹਾਰਾਜ ਕਹਿੰਦੇ ਵੀ ਸਮਾਂ ਬੜਾ ਨਾਜ਼ੁਕ ਹੈ, ਅਸੀਂ ਕਹਿੰਦੇ ਵੀ ਜੰਗ ਕਰ ਰਹੀ ਹਾਂ, ਵੀ ਸਾਨੂੰ ਟਿਕਾਣਾ ਚਾਹੀਦਾ ਹੈ। ਤੇ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਮੇਰੇ ਘਰ ਚਲੋ। ਸਤਿਗੁਰੂ ਕਹਿੰਦੇ ਤੇਰੇ ਘਰ ਆਏ ਤਾਂ ਕਹਿੰਦੇ ਨਗਰ ਦਾ ਨੁਕਸਾਨ ਬਹੁਤ ਹੋਏਗਾ, ਕੋਈ ਨਵੇਕਲੀ ਜਗ੍ਹਾ। ਕਹਿੰਦੇ ਹਾਂ ਮਹਾਰਾਜ, ਬਾਹਰ ਕਹਿੰਦੇ ਸਾਡੀ ਹਵੇਲੀ ਪਈ ਹੈ, ਜਿੱਥੇ ਮੱਝਾਂ ਗਾਵਾਂ ਬੰਨੀਆਂ ਜਾਂਦੀਆਂ ਨਾ, ਬਾਹਰ ਖੁੱਲਾ ਘਰ ਹੁੰਦਾ ਜਿਹਨੂੰ ਹਵੇਲੀ ਕਹਿੰਦੇ। ਕਹਿੰਦੇ ਸਤਿਗੁਰੂ ਬਾਹਰ ਕਹਿੰਦੇ ਹਵੇਲੀ ਪਈ ਹੈ, ਉੱਚੀ ਜਗ੍ਹਾ ਤੇ ਆ, ਨਗਰ ਤੋਂ ਬਹੁਤ ਉੱਚੀ ਆ ਉਹ। ਮਹਾਰਾਜ ਕਹਿਣ ਲੱਗੇ ਵੀ ਚਲੋ ਫਿਰ ਉੱਥੇ ਜਾਂਦੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੀ ਜਿਹੜੀ ਸ਼ਾਮ ਸੰਧਿਆ ਦਾ ਵਕਤ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੱਜ ਇਸ ਗੜੀ ਦੇ ਵਿੱਚ ਆਪਣੇ ਸਿੱਖਾਂ ਦੇ ਸਮੇਤ, ਆਪਣੇ ਪਿਆਰਿਆਂ ਦੇ ਸਮੇਤ, ਆਪਣੇ ਪੁੱਤਰਾਂ ਦੇ ਸਮੇਤ ਮਹਾਰਾਜ ਜੀ ਗੜੀ ਦੇ ਵਿੱਚ ਪ੍ਰਵੇਸ਼ ਕੀਤੇ ਨੇ। ਅੱਲਾ यार खां जोगी ने बहुत सुंदर बचन कहे, जिस खिते में हम कहते थे आना ये वही है। जिस जगह ते असीं आउणा चाहुंदे सी ना, जिस खिते में हम कहते थे आना ये वही है, कल लुट के है जिस जगह से जाना ये वही है, जिस जहां पे बच्चों को कटाना ये वही है, मिट्टी कह देती है ठिकाना ये वही है। ਸਾਹਿਬ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਇੱਥੇ ਆਏ ਨਾ, ਤੇ ਕਲਗੀਧਰ ਪਾਤਸ਼ਾਹ ਜੀ ਦੇ ਸਿੱਖਾਂ ਨੇ ਅੱਜ ਉਤਾਰਾ ਕੀਤਾ ਜੀ। ਇਧਰੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਿੱਖ ਨੇ ਆਪੋ ਆਪਣੀਆਂ ਕਹਿੰਦੇ ਹੁਣ ਜਿਹੜੀ ਜਗ੍ਹਾ ਸੀ ਡਿਊਟੀਆਂ ਲਾ ਲਈਆਂ ਜੀ। ਆਪੇ ਪਤਾ ਸੀ ਵੀ ਕਿੱਥੇ ਕਿੱਥੇ ਖੜਨਾ, ਯਾਦ ਰੱਖਣਾ। ਇੱਕ ਵਾਰ ਮੈਂ ਆਪ ਜੀ ਦੇ ਨਾਲ ਇਹ ਗੜੀ ਦਾ ਨਕਸ਼ਾ ਸਾਂਝਾ ਕਰ ਲਵਾਂ, ਸਮਾਂ ਵੀ ਨੇੜੇ ਹੋ ਚੱਲਿਆ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਇਹ ਗੜੀ ਹੈ ਨਾ, ਜਿਵੇਂ ਹੁਣ ਆ ਮੰਨ ਲਓ ਵੀ ਦਰਬਾਰ ਸਾਹਿਬ ਹੈ ਜੀ,
ਸਾਹਮਣੇ ਇੱਕ ਮੇਨ ਦਰਵਾਜ਼ਾ, ਬਾਕੀ ਕਿਸੇ ਪਾਸੇ ਕੋਈ ਦਰਵਾਜ਼ਾ ਨਹੀਂ। ਆਲੇ ਦੁਆਲੇ ਉਸ ਗੜੀ ਦੇ ਤਕਰੀਬਨ 8-9 ਫੁੱਟ ਉੱਚੀ ਕੰਧ ਹੈ। ਦੂਸਰੇ ਤਰਫ ਤੋਂ ਅੰਦਰ ਕੋਈ ਬੰਦਾ ਨਾ ਦਿਸੇ, ਇੰਨੀ ਉੱਚੀ ਕੰਧ ਹੈ। ਇੱਕ ਗੜੀ ਬਣੀ ਵੀ ਉੱਚੀ ਜਗ੍ਹਾ ਦੇ ਉੱਤੇ ਹੋਈ ਹੈ। ਆ ਰਸਤਾ ਇੱਕੋ ਹੀ ਆਉਂਦਾ, ਜ਼ਿਆਦਾ ਰਸਤੇ ਨਹੀਂ। ਇਹਦਾ ਵੱਡਾ ਇੱਕ ਮੇਨ ਦਰਵਾਜ਼ਾ ਹੈ। ਉਸ ਦਰਵਾਜ਼ੇ ਤੋਂ ਪਿੱਛੇ ਕਰਕੇ ਇੱਕ ਖੁੱਲਾ ਵਿਹੜਾ ਹੈ ਜੀ, ਤੇ ਬਿਲਕੁਲ ਮਗਰ ਕਰਕੇ ਇੱਕ ਵੱਡਾ ਸਾਰਾ ਕਮਰਾ ਪਾਇਆ ਹੋਇਆ ਕੱਚਾ। ਉਸ ਕਮਰੇ ਦੇ ਵਿੱਚੋਂ ਥੱਲੋਂ ਨਾਲ ਦੀ ਕੱਚੀਆਂ ਪੌੜੀਆਂ ਉੱਪਰ ਚੜ੍ਹਦੀਆਂ ਨੇ, ਤੇ ਉੱਪਰ ਇੱਕ ਕਹਿੰਦੇ ਵੀ ਛੋਟਾ ਜਿਹਾ ਕਮਰਾ ਉੱਪਰ ਪਾਇਆ, ਜਿਹਨੂੰ ਆਪਾਂ ਮਮਟੀ ਕਹਿ ਦਿੰਨੇ ਆ, ਜਿਹਨੂੰ ਚੁਬਾਰਾ ਸ਼ਬਦ ਵਰਤੇ ਜਾਂ ਮਮਟੀ। ਇੱਕ ਟਿਕਾਣੇ ਵਾਸਤੇ ਬਹੁਤ ਅੱਛੀ ਸੀ, ਕਿਉਂਕਿ ਇਹਦੇ ਬਿਲਕੁਲ ਉੱਚੀ ਜਗ੍ਹਾ ਤੇ ਜਾ ਕੇ ਆਲਾ ਦੁਆਲਾ ਦੂਰ ਤੱਕ, ਨਗਰ ਤੋਂ ਦੂਰ ਤੱਕ ਦਿਖਾਈ ਦਿੰਦਾ ਸੀ ਸਭ ਕੁਝ। ਮਹਾਰਾਜ ਕਲਗੀਧਰ ਪਾਤਸ਼ਾਹ ਜਦੋਂ ਇੱਥੇ ਆਏ ਨਾ, ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੇ ਜਿਹੜੇ ਸਿੱਖ ਨੇ ਜੀ, ਆਲੇ ਦੁਆਲੇ ਸਿੱਖਾਂ ਨੇ ਪਹਿਰਾ ਲਾਇਆ। ਮੇਨ ਦਰਵਾਜ਼ੇ ਦੇ ਉੱਤੇ ਦੋਨੋਂ ਸਕੇ ਭਰਾ ਭਾਈ ਕਾਠਾ ਸਿੰਘ ਤੇ ਭਾਈ ਮਦਨ ਸਿੰਘ, ਇਹ ਦੋਨੋਂ ਖੜੇ ਨੇ। ਸੱਜੇ ਹੱਥਾਂ ਦੇ ਵਿੱਚ ਬਰਛੇ ਪਕੜੇ ਹੋਏ, ਔਰ ਕਿਰਪਾਨਾਂ ਕਾਮਰ ਕਸੇ ਦੇ ਵਿੱਚ ਹਰ ਤਰ੍ਹਾਂ ਕਰਕੇ ਕਹਿਣ ਲੱਗੇ ਸ਼ਾਸਤਰਾਂ ਦੇ ਨਾਲ ਲੈਸਨ ਯਾਦ ਰੱਖਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਹ ਗੁਰੂ ਕੇ ਪਿਆਰੇ ਸਿੱਖ ਨੇ ਜੀ, ਜਿਹੜੇ ਇਹ ਗੱਲ ਕਹਿੰਦੇ ਸਨ ਵੀ ਅਸੀਂ ਆਪਣੀ ਜਾਨ ਤੱਕ ਦੇ ਦੇਵਾਂਗੇ, ਪਰ ਜਾਉਂਦੇ ਜੀ ਇਸ ਚਮਕੌਰ ਦੀ ਗੜੀ ਦੇ ਵਿੱਚ ਕਿਸੇ ਨੂੰ ਵੜਨ ਨਹੀਂ ਜੀ ਦੇਣਾਗਾ। ਅਸੀਂ ਆਪਣੀ ਜਾਨ ਵਾਰ ਦੇਵਾਂਗੇ, ਪਰ ਅੰਦਰ ਕਿਸੇ ਨੂੰ ਵੜਨ ਨਹੀਂ ਦੇਣਾ। ਦੁਸ਼ਮਣ ਦੀ ਫੌਜ ਅੰਦਰ ਨਹੀਂ ਜੀ ਆ ਸਕੇਗੀ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਿੱਖਾਂ ਨੇ ਅੰਦਰ ਕਹਿਣ ਲੱਗੇ ਵੀ ਜਿਹੜੇ ਦਰਖਤ ਸਨ, ਕਿੱਲੇ ਸਨ ਜੀ, ਜਿੱਥੇ ਮੱਝਾਂ ਗਾਵਾਂ ਬੰਨੀਆਂ, ਉੱਥੇ ਘੋੜੇ ਬੰਨ ਦਿੱਤੇ ਨੇ। ਪ੍ਰਬੰਧ ਹੋ ਗਿਆ ਜੀ ਸਾਰਾ, ਜੰਗ ਦੀ ਤਿਆਰੀ ਵੀ ਬਿਲਕੁਲ ਹੋ ਗਈ ਹੈ। ਸੰਧਿਆ ਦਾ ਵਕਤ, ਤੇ ਇਸ ਗੜੀ ਦੇ ਵਿੱਚੋਂ ਕੀ ਆਵਾਜ਼ਾਂ ਆਉਂਦੀਆਂ ਨੇ? ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇਸ ਗੜੀ ਦੇ ਵਿੱਚੋਂ ਸਿੱਖ ਉੱਚੀ ਉੱਚੀ ਬਾਣੀ ਪੜ੍ਹਦੇ ਹੋਏ ਕਹਿੰਦੇ ਨੇ ਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਅੱਜ ਗੁਰੂ ਕੇ ਸਿੱਖਾਂ ਨੇ ਇਸ ਗੜੀ ਦੇ ਅੰਦਰ ਰਹਿਰਾ ਸਾਹਿਬ ਜੀ ਦਾ ਜਾਪ ਕੀਤਾ ਹੈ। ਕਲਗੀਧਰ ਪਾਤਸ਼ਾਹ ਜੀ ਦਾ ਆਸਣ ਵੀ ਲਾਇਆ ਗਿਆ ਮਹਾਰਾਜ ਦੇ ਲਈ। ਤੇ ਬਾਕੀ ਦੇ ਜਿਹੜੇ ਗੁਰੂ ਕੇ ਸਿੱਖ ਨੇ ਨਾ, ਘੋੜਿਆਂ ਦੀਆਂ ਕਾਠੀਆਂ ਦੇ ਥੱਲੇ ਜਿਹੜਾ ਕੱਪੜਾ ਹੁੰਦਾ ਨਾ ਜੀ, ਉਹਨੂੰ ਜੀ ਪੋਸ਼ ਕਹਿੰਦੇ ਨੇ। ਅੱਲਾ ਯਾਰ ਖਾਂ ਜੋਗੀ ਨੇ ਬਹੁਤ ਸੁੰਦਰ ਬਚਨ ਕਹੇ, ਕੁਛ ਲੇਟ ਗਏ ਖਾਕ ਪੇ ਜੀ ਪੋਸ਼ ਵਿਛਾ ਕਰ, ਪਹਿਰਾ लगे देने कुछ तलवार उठाकर, गोविंद भी शब वाशु हुए खैमे में जाकर। खैमे कहते ने उच्चे, सतगुरु ममटी दे विच चले गए ने। खैमे में जाकर देखा तो वहां बैठे थे गर्दन को झुकाकर। कलगीधर पातशाह नीवी पाक के बैठे ने, उदासी नहीं, कोई दुख नहीं किसी गल दा। ते की सुनिया जी मुख तो कहंदे भी कह रहे सन वाहिगुरु वाहिगुरु, है मुंह से निकलता है तू ही तू ही तू ही है तू ही, मुंह से है निकलता। सतगुरु गुरु गोबिंद सिंह साहब महाराज सच्चे पातशाह उस परमात्मा अकाल पुरख वाहिगुरु जी नूं याद करदे पए ने। अज कहंदे भी बाहरों एक आवाज कन्नां दे विच पई, अल्लाहू अकबर दीआं आवाज़ां आउंदियां ने। आला दवाला आके मुलखईए ने घेर लिया, चमकौर दी गड़ी नूं घेरा पै चुकी है। इस घेरे दे विच फिर की कुछ इत्थे वापरदा है, इतिहास के पन्ने की कहंदे ने, चमकौर दी जंग किवें हुंदी है, गुरु के पुत्रां दी शहादत है जिहड़ी ओह कल दी है जी, कल दा जिहड़ा आउण वाला दिन है। आ जिहड़ी रात आउणी है ना, इस रात गुरु गोबिंद सिंह साहब महाराज इस चमकौर दी गड़ी दे विच अपने सिखां नूं, अपने प्यारिआं नूं, उन्हां महान गुरसिखां नूं सतगुरु जी प्यार वंडदे पए ने, बख्शिशां दिंदे पए ने। सतगुरु जी किरपा करन। आओ इत्थों विचार आपां कल रोज सांझी करांगे, कुछ क समां अपने कोले होर बाकी है।
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦ ਸਿੰਘ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ, ਬਖਸ਼ ਲੈਣਾ। ਮੇਰੀਆਂ ਭੁੱਲਾਂ ਗਲਤੀਆਂ ਨਾਨਚ ਤਾਰੜੀਆਂ ਇੱਥੇ ਹੀ ਛੱਡ ਦਿਓ। ਗੁਰਮਤਿ ਦੀ ਵਿਚਾਰਧਾਰਾ ਨੂੰ, ਇਤਿਹਾਸਕ ਬੋਲਾਂ ਨੂੰ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰਨਾ। ਸਤਿਗੁਰੂ ਜੀ ਸਾਡੀ ਤੁਹਾਡੀ ਹਾਜ਼ਰੀ ਆਪਣੇ ਚਰਨਾਂ ਅੰਦਰ ਪ੍ਰਵਾਨ ਕਰਨ। ਅਰਦਾਸ ਕਰਨੀ ਗੁਰੂ ਚਰਨਾਂ ਅੰਦਰ, ਸਤਿਗੁਰੂ ਇਸੇ ਤਰ੍ਹਾਂ ਆਪਦੇ ਦਰ ਦੀ ਕਥਾ ਕੀਰਤਨ ਗੁਰਮਤਿ ਗੁਰੂ ਸੇਵਾ ਪੰਥ ਦੀ ਸੇਵਾ ਸਤਿਗੁਰੂ ਰਹਿੰਦੇ ਸਵਾਸਾਂ ਤੱਕ ਆਪ ਵਿੱਚ ਵਰਤ ਕੇ ਲੈਂਦੇ ਰਹਿਣ। ਕੁਝ ਸਮਾਂ ਆਪਾਂ ਨਾਮ ਜਪ ਲਈਏ, ਉਸ ਤੋਂ ਬਾਅਦ ਫਿਰ ਸਮਾਪਤੀ ਕਰੋ ਜੀ ਕਿਰਪਾ। ਸਾਰੀ ਸੰਗਤ ਕੋਈ ਵੀ ਰਸਨਾ ਵਾਂਝੀ ਨਾ ਰਹੇ ਜੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਕਰੋ ਜੀ ਕਿਰਪਾ, ਜਪੋ ਸਾਰੇ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ। ਆਓ ਜੀ, ਆਉਣ ਵਾਲਾ ਸਮਾਂ ਰਾਗੀ ਸਾਹਿਬਾਨਾਂ ਦੇ ਪਾਸੋਂ ਗੁਰੂ ਕੀ ਪਾਵਨ ਗੁਰਬਾਣੀ ਦਾ ਸ਼ਬਦ ਕੀਰਤਨ ਸਰਵਣ ਕਰੀਏ। ਰਾਤ ਦੇ ਦੀਵਾਨ ਦੇ ਅੰਦਰ ਸਨਮਾਨਯੋਗ ਭਾਈ ਅਮਨਦੀਪ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਉਹਨਾਂ ਆਪ ਸੰਗਤ ਦੇ ਨਾਲ ਸਾਂਝ ਪਾਉਣੀ ਹੈ। ਦੀਵਾਨ ਦੀ ਸਮਾਪਤੀ ਉਹ ਕਰਨਗੇ ਜੀ। ਸਰਵਣ ਕਰੀਏ ਭਾਈ ਸਾਹਿਬ ਜੀਆਂ ਦੇ ਪਾਸੋਂ ਗੁਰੂ ਕੀ ਪਾਵਨ ਗੁਰਬਾਣੀ ਦਾ ਸ਼ਬਦ ਕੀਰਤਨ। ਅਸੀਸਾਂ ਬਖਸ਼ੋ। ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।